ਹੋਵੈ ਹਿਰਦੈ ਤਿਨਾ ਸਮਾਨੀ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ। ਜਪਹੁ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵਹੁ ਏ ਸੱਚੀ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ। ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ। ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ। ਤੁਝ ਬਿਨ ਨਿਮਖ ਨਾ ਜਾਈ ਰਹਿਣਾ। ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ। ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ। ਰਹਾਉ ਜਿਉ ਤੁਮ ਰਾਖੋ ਤਿਵਹਿ ਰਹਿਣਾ। ਜੋ ਤੁਮ ਕਹੋ ਸੋਈ ਮੋਹਿ ਕਰਨਾ। ਜਹ ਪੇਖੋਂ ਤਹਾਂ ਤੁਮ ਬਸਨਾ। ਨਿਰਭਉ ਨਾਮ ਜਪੂੰ ਤੇਰਾ ਰਸਨਾ। ਤੂੰ ਮੇਰੀ ਨਵ ਨਿਧ ਤੂੰ ਭੰਡਾਰ। ਰੰਗ ਰਸਾ ਤੂੰ ਮਨ ਹੈ ਆਧਾਰ। ਤੂੰ ਮੇਰੀ ਸ਼ੋਭਾ ਤੁਮ ਸੰਗ ਰਚਿਆ। ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ। ਮਨ ਤਨ ਅੰਤਰ ਤੂੰ ਹੀ ਧਿਆਇਆ। ਮਰਮ ਤੁਮਾਰਾ ਗੁਰ ਤੇ ਪਾਇਆ। ਸਤ ਗੁਰ ਤੇ ਦ੍ਰਿੜਿਆ ਇਕ ਇਕ। ਨਾਨਕ ਦਾਸ ਹਰ 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 ਟੇਕੈ। ਮਨ ਤਨ ਅੰਤਰ ਤੂੰ ਹੀ ਧਿਆਇਆ। ਮਰਮ ਤੁਮਾਰਾ ਗੁਰ ਤੇ ਪਾਇਆ। ਸਤ ਗੁਰ ਤੇ ਦ੍ਰਿੜਿਆ ਇਕ ਇਕ।
ਨਾਨਕ ਦਾਸ ਹਰ 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 ਟੇਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਸ਼ਬਦ ਗੌੜੀ ਗੁਆਰੇਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 181 ਅੰਗ ਉੱਪਰ ਸ਼ੋਭਨੀਕ ਨੇ। ਪਾਵਨ ਸ਼ਬਦ ਦੀ ਵਿਚਾਰ ਭਾਈ ਖਜਾਨ ਸਿੰਘ ਜੀ ਪ੍ਰਚਾਰਕ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਸਮਾਂ ਹੈ ਭਾਈ ਸਾਹਿਬ ਜੀ ਦਾ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਵਿਸ਼ੇਸ਼ ਬੇਨਤੀ ਆਪ ਸੰਗਤ ਪ੍ਰਤੀ ਜੋ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬਹੁਤ ਸਾਰੇ ਲੋਕ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਹੋਏ ਸਨ, ਉਹਨਾਂ ਲੋਕਾਂ ਦੀ ਮਾਲੀ ਮਦਦ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਲੋਕਾਂ ਵਾਸਤੇ ਲੰਗਰ, ਦਵਾਈਆਂ ਅਤੇ ਹੋਰ ਜੋ ਜ਼ਰੂਰਤ ਦਾ ਸਮਾਨ ਹੈ ਪਹੁੰਚਦਾ ਕੀਤਾ ਜਾ ਰਿਹਾ ਹੈ। ਨਿਸ਼ਾਨ ਸਾਹਿਬ ਦੇ ਕੋਲ ਵਿਸ਼ੇਸ਼ ਕਾਊਂਟਰ ਲਗਾਇਆ ਗਿਆ ਹੈ। ਉੱਥੇ ਆਪ ਜੀ ਮਾਇਆ ਦੇ ਕਰਕੇ ਉਹਨਾਂ ਲੋਕਾਂ ਦੀ ਮਦਦ ਕਰ ਸਕਦੇ ਹੋ। ਅੰਮ੍ਰਿਤ ਸੰਚਾਰ ਹਰ ਐਤਵਾਰ ਇਸ ਪਾਵਨ ਅਸਥਾਨ 'ਤੇ ਹੁੰਦਾ ਹੈ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਬੇਨਤੀ ਹੈ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਪਾਵਨ ਇਤਿਹਾਸਕ ਗੁਰਧਾਮਾਂ ਦੀ ਕਾਰ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਅਤੇ ਤਿਨਾਂ ਦੇ ਸਹਿਯੋਗੀ ਕਰਵਾ ਰਹੇ ਨੇ। ਵੱਧ ਤੋਂ ਵੱਧ ਇਹਨਾਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਓ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਗਲੇ ਸਮੇਂ ਲਈ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਸ਼ਰਣਾ ਤੁਮਾਰੀ ਆਸਾ, ਤੁਮ ਹੀ ਸਜਣਾ ਸੁਹੀਲੀ। ਰਾਖੋ ਰਾਖਣਹਾਰ ਦਇਆਲਾ, ਨਾਨਕ ਘਰ ਕੀ ਗੋਲੀ। ਚਵਰ ਤਖਤ ਛਤਰ ਦੇ ਮਾਲਕ ਸ਼ਬਦ ਗੁਰੂ, ਜਗਤ ਦੀ ਇਕਲੌਤੀ ਆਸ, ਰੂਹਾਨੀਅਤ ਗਿਆਨ ਦੇ ਸਾਗਰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਆਪਣੀਆਂ ਚਿੱਤ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀਆਂ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਗੁਰੂ ਹਜ਼ੂਰੀ ਅੰਦਰ ਗੁਰ ਅਸੀਸਾਂ ਲੈਂਦੇ ਹੋਏ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਗੁਰਫਤਿਹ ਦੁਆਰਾ
ਗੁਰੂ ਚਰਨਾਂ ਅੰਦਰ ਆਪਣੀ ਹਾਜ਼ਰੀ ਲਗਵਾਉਂਦੇ ਹੋਏ ਉਚਾਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਧੰਤਾ ਦੇ ਯੋਗ ਹੋ। ਜੋ ਗੁਰੂ ਸਾਹਿਬ ਜੀ ਦੀ ਪਾਵਨ ਵਿਚਾਰ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਨਿਤਨੇਮ ਦੇ ਜਾਪ, ਗੁਰਬਾਣੀ ਦੇ ਪਾਠ ਉਪਰੰਤ ਨਿਰਮੋਲਕ ਕੀਰਤਨ ਨੂੰ ਸਰਵਣ ਕਰਕੇ ਅਤੇ ਸਭ ਤੇ ਉੱਤਮ ਹਰ ਕੀ ਕਥਾ, ਹੁਣ ਕਥਾ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਾਰੇ ਹੀ ਸਫਲਿਆਂ ਕਰ ਰਹੇ ਹੋ। ਸੰਗਤ ਜੀ, ਇਹ ਉਹ ਪਾਵਨ ਸਥਾਨ ਹੈ ਜਿੱਥੇ ਮੁਬਾਰਕ ਚਰਨ ਪਾਉਣ ਵਾਲੇ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਦੇ ਅੰਦਰ ਹੀ, ਜੋ ਸਾਡੀ ਅਰਦਾਸ ਦੇ ਬੰਦ ਵਿੱਚ ਅਸੀਂ ਰੋਜ਼ ਯਾਦ ਕਰਦੇ ਹਾਂ ਕਿ ਉਹ ਮਹਾਨ ਸ਼ਖਸੀਅਤ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਦਾ ਨਾਮ ਲੈਣ ਦੇ ਨਾਲ, ਆਰਾਧਨ ਕਰਨ ਦੇ ਨਾਲ ਸਰੀਰਕ ਤੇ ਆਤਮਿਕ ਦੁੱਖਾਂ ਦਾ ਨਾਸ਼ ਹੋ ਜਾਂਦਾ, ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਪਾਵਨ ਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਜੋ ਕਥਾ ਦਾ ਪ੍ਰਵਾਹ ਚੱਲਦਾ ਹੈ, ਉਸ ਦੇ ਅੰਦਰ ਅੱਜ ਜੋ ਸ਼ਬਦ ਗੁਰੂ ਸਾਹਿਬ ਜੀ ਨੇ ਤਰਸ ਕਰਕੇ, ਰਹਿਮਤ ਕਰਕੇ ਸਾਨੂੰ ਉਪਦੇਸ਼ ਦੇ ਕੇ ਨਵਾਜਿਆ ਹੈ, ਉਸ ਸ਼ਬਦ ਦੇ ਅੰਦਰ ਗੁਰਦੇਵ ਜੀ ਸਾਨੂੰ ਕੀ ਉਪਦੇਸ਼ ਕਰਦੇ ਨੇ, ਇਸ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ 2 ਵਾਰ ਵਾਹਿਗੁਰੂ ਸਿਮਰਨ ਦੇ ਦੁਆਰਾ ਗੁਰੂ ਚਰਨਾਂ ਦੇ ਅੰਦਰੋਂ ਅਸੀਸ ਲੈ ਕੇ ਫਿਰ ਇਹ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਜੀ। ਸਾਰੇ ਹੀ ਇਕਾਗਰ ਚਿੱਤ ਹੋ ਕੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਅੱਜ ਦਾ ਜੋ ਉਪਦੇਸ਼ ਹੈ, ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੌੜੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 181 ਅੰਗ ਦੇ ਉੱਪਰ ਉਪਦੇਸ਼ ਦੇ ਕੇ ਨਵਾਜਦੇ ਨੇ। ਸੰਗਤ ਜੀ, ਇਸ ਸ਼ਬਦ ਦੇ ਅੰਦਰ ਇੱਕ ਰਹਾਉ ਵਾਲਾ ਬੰਦ ਤੇ 4 ਪਦ, 4 ਪਦਿਆਂ ਦੇ ਅੰਦਰ ਅਤੇ ਰਹਾਉ ਵਾਲੇ ਬੰਦ ਦੇ ਅੰਦਰ ਇਸ ਸੰਸਾਰ ਨੂੰ ਸਾਜਣ ਵਾਲੇ, ਇਸ ਸੰਸਾਰ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੇ, ਜਿਨ੍ਹਾਂ ਨੇ ਇਸ ਸੰਸਾਰ ਨੂੰ ਪੈਦਾ ਕੀਤਾ ਹੈ, ਉਹਨਾਂ ਦੇ ਨਾਲ ਮਿੱਤਰਤਾ ਪਾਉਣ ਦੀ ਗੱਲ ਅਤੇ ਉਸ ਨੂੰ ਮਿੱਤਰ ਬਣਾਉਣ ਦੀ ਗੱਲ ਕੀਤੀ ਹੈ, ਜੋ ਸਮਰੱਥਾਵਾਨ ਹੈ, ਜੋ ਇਸ ਸੰਸਾਰ ਨੂੰ ਪੈਦਾ ਕਰਕੇ ਚਲਾ ਰਿਹਾ ਹੈ ਤੇ ਇਹਦਾ ਸ਼ਿੰਗਾਰ ਕਰਨ ਵਾਲਾ ਹੈ। ਅਤੇ ਉਸ ਤੋਂ ਆਖਰੀ ਜੋ ਬੰਦ ਹੈ, ਚੌਥਾ, ਉਹਦੇ ਅੰਦਰ ਇਹ ਦੱਸਿਆ ਹੈ ਕਿ ਉਸ ਮਾਲਕ ਸਮਰੱਥਾਵਾਨ ਜਿਹਨੂੰ ਅਸੀਂ ਮਿੱਤਰ ਬਣਾਇਆ, ਉਹਦਾ ਮਰਮ, ਉਹਦਾ ਭੇਦ ਕਿਵੇਂ ਪ੍ਰਾਪਤ ਹੋ ਸਕਦਾ, ਉਹਦਾ ਮਿਲਾਪ ਕਿਵੇਂ, ਉਹਦੇ ਦਰ ਦੀ ਸੋਝੀ ਕਿਵੇਂ ਹੋ ਸਕਦੀ ਹੈ। ਸੋ ਇਸ ਸ਼ਬਦ ਦੀ ਵਿਚਾਰ ਜਦੋਂ ਆਪਾਂ ਕਰਦੇ ਨਾ ਜੀ, ਆਰੰਭਤਾ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਰਮਾਨ ਕਰਦੇ ਨੇ, ਗੌੜੀ ਗਵਾਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਅੰਦਰ 5ਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਪਦੇਸ਼ ਹੈ। ਕੀ ਉਪਦੇਸ਼ ਕਰਦੇ ਨੇ ਜੀ? ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ, ਤੁਮ ਸੰਗ ਹੀਤ। ਇਸ ਸ਼ਬਦ ਦੇ ਅੰਦਰ ਉਹਨਾਂ ਪਰਮਾਤਮਾ ਨੂੰ ਮਿੱਤਰ ਬਣਾਉਣ ਦੀ ਗੱਲ ਕੀਤੀ ਕਿ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਨੂੰ ਜੋੜ ਲਿਆ ਏ, ਉਹਦੀ ਬੰਦਗੀ ਕੀਤੀ, ਉਸ ਵਾਹਿਗੁਰੂ ਦਾ ਆਰਾਧਨ ਕੀਤਾ, ਉਹਨੂੰ ਫਿਰ ਮਿੱਤਰ ਬਣਾ ਲਿਆ। ਤੇ ਸੰਗਤ ਜੀ, ਸੰਸਾਰ ਵਿੱਚ ਮਨੁੱਖ ਜੋ ਹੈ ਇਹ ਮਿੱਤਰਤਾ, ਦੋਸਤੀ ਬਹੁਤ ਕਬੂਲ ਕਰਦਾ ਹੈ। ਤੇ ਗੁਰਦੇਵ ਜੀਆਂ ਨੇ ਇਸੇ ਕਰਕੇ ਕਿਹਾ, ਭਾਈ ਸਾਨੂੰ ਮਿੱਤਰ ਉਹ ਬਣਾਉਣੇ ਚਾਹੀਦੇ ਨੇ ਜਿਹੜੇ ਮਿੱਤਰ ਸਾਡਾ
ਇਸ ਸੰਸਾਰ ਵਿੱਚ ਵੀ ਤੇ ਇਸ ਸੰਸਾਰ ਤੋਂ ਚਲੇ ਜਾਣ ਅਤੇ ਉਸ ਦਰਗਾਹ ਦੇ ਵਿੱਚ ਵੀ ਸਾਡਾ ਸਾਥ ਦੇ ਸਕਣ। ਸੰਸਾਰ ਅੰਦਰ ਜਦੋਂ ਮਿੱਤਰਾਂ ਦੀ ਗੱਲ ਕੀਤੀ ਹੈ ਜੀ, ਤੇ ਜੋ ਦੁਨੀਆ ਦੇ ਵਿੱਚ ਵਿਦਵਾਨ ਜਨ ਨੇ, ਜਿਨ੍ਹਾਂ ਨੇ ਪ੍ਰਭੂ ਭਗਤੀ ਕਰਕੇ ਰਸ ਨੂੰ ਮਾਣਿਆ, ਉਹਨਾਂ ਨੇ ਆਪਣੇ ਜੀਵਨ ਦਾ ਤੱਤ ਫਿਰ ਗ੍ਰੰਥਾਂ ਦੇ ਵਿੱਚ ਦੱਸਿਆ ਜੀ। ਤੇ ਸੰਸਾਰ ਦੀ ਮਿੱਤਰਤਾ ਤੇ ਕਰਤਾਰ ਦੀ ਮਿੱਤਰਤਾ, ਦੋ ਤਰ੍ਹਾਂ ਦੀ ਮਿੱਤਰਤਾ ਉਹਨਾਂ ਨੇ ਮੰਨੀ ਹੈ। ਭਾਵ ਕਿ ਇੱਕ ਸੰਸਾਰ ਦੀ ਮਿੱਤਰਤਾ ਹੈ, ਇੱਕ ਕਰਤਾਰ ਭਾਵ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ। ਤੇ ਇਸ ਦੁਨੀਆ ਦੇ ਅੰਦਰ ਜਿਹੜੀ ਸੰਸਾਰ ਦੀ ਮਿੱਤਰਤਾ ਨਾ ਜੀ, ਉਹਨੂੰ ਉਹਨਾਂ ਨੇ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੈ। ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੈ। ਉਹ ਕਿਹੜੇ ਕਿਹੜੇ ਨੇ ਜੀ? ਕਹਿੰਦੇ ਇੱਕ ਧਨ ਦੀ ਮਿੱਤਰਤਾ, ਇੱਕ ਸੰਬੰਧੀਆਂ ਦੀ ਮਿੱਤਰਤਾ, ਜਿਹਦੇ ਵਿੱਚ ਮਾਤਾ ਪਿਤਾ, ਭੈਣ ਭਰਾ, ਸੱਜਣ ਦੋਸਤ, ਇਹ ਸਾਰਾ ਸਮਾਜ ਜਿਹੜਾ ਉਹ ਆ ਜਾਂਦਾ ਹੈ। ਤੇ ਤੀਜੀ ਮਿੱਤਰਤਾ ਇੱਕ ਕਰਮ ਦੀ ਮਿੱਤਰਤਾ, ਕਰਮ ਦਾ ਭਾਵ ਜਿਹੋ ਜਿਹੇ ਅਸੀਂ ਕੰਮ ਕਰਦੇ ਹਾਂ। ਤੇ ਇਸ ਤਰ੍ਹਾਂ ਜਦੋਂ ਧਨ ਦੀ ਮਿੱਤਰਤਾ ਦੀ ਗੱਲ ਆਉਂਦੀ ਹੈ ਨਾ ਜੀ, ਤੇ ਧਨ ਦੀ ਮਿੱਤਰਤਾ ਦੇ ਅੰਦਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਅਸੀਂ ਬਚਨ ਪੜ੍ਹਦੇ ਤੇ ਗੁਰੂ ਸਾਹਿਬ ਜੀ ਉਪਦੇਸ਼ ਦੇ ਕੇ ਨਵਾਜਦੇ ਨੇ। ਕਹਿੰਦੇ ਭਾਈ ਜੋ ਪਰਮਾਤਮਾ ਨੂੰ ਭੁਲਾ ਕੇ ਦਾਤ ਪਿਆਰੀ ਵਿਸਰਿਆ ਦਾਤਾਰਾ ਵਾਲਾ ਜੀਵਨ ਬਤੀਤ ਕਰਦਾ ਹੈ, ਤੇ ਯਾਦ ਰੱਖਣਾ ਪਰਮਾਤਮਾ ਤੋਂ ਬਿਨਾਂ ਧਨ ਦੀ ਮਿੱਤਰਤਾ ਸਾਥ ਦੇਣ ਵਾਲੀ ਨਹੀਂ ਹੈ। ਕਿਉਂਕਿ ਧਨ ਦੀ ਮਿੱਤਰਤਾ ਜੋ ਹੈ ਨਾ ਜੀ, ਉਹ ਕੇਵਲ ਸਾਡੇ ਚੱਲਦੇ ਸਵਾਸਾਂ ਤੱਕ ਦੀ ਮਿੱਤਰਤਾ ਹੈ। ਇਸ ਧਨ ਦੇ ਨਾਲ ਉਹ ਦੁਨੀਆ ਦੇ ਸੁੱਖ ਖਰੀਦ ਸਕਦਾ ਹੈ, ਇਸ ਧਨ ਦੇ ਨਾਲ ਉਹ ਸੰਸਾਰ ਦੀਆਂ ਸਹੂਲਤਾਂ ਖਰੀਦ ਸਕਦਾ ਹੈ, ਇਸ ਧਨ ਦੇ ਨਾਲ ਉਹ ਸੰਸਾਰ ਦੇ ਵਿੱਚ ਆਪਣੇ ਸਿਕਿਉਰਿਟੀ ਗਾਰਡ ਖਰੀਦ ਸਕਦਾ ਹੈ ਹਿਫਾਜ਼ਤ ਵਾਸਤੇ। ਚੰਗਾ ਖਾਣਾ, ਚੰਗਾ ਪਹਿਨਣਾ ਉਹਦਾ ਹੋ ਸਕਦਾ ਹੈ, ਪਰ ਓਨਾ ਚਿਰ ਜਿੰਨਾ ਚਿਰ ਉਹ ਧਨ ਸਰੀਰ ਜਦੋਂ ਤੰਦਰੁਸਤ, ਓਨਾ ਚਿਰ ਉਹ ਮਿੱਤਰ ਹੈ। ਤੇ ਗੁਰਦੇਵ ਜੀਆਂ ਨੇ ਇਹ ਧਨ ਦੀ ਮਿੱਤਰਤਾ ਦੇ ਬਾਰੇ ਤਿੰਨ ਉਦਾਹਰਨਾਂ ਦੇ ਕੇ ਦੱਸਿਆ। ਕਹਿਣ ਲੱਗੇ ਭਾਈ ਸੰਸਾਰ ਦੇ ਅੰਦਰ ਧਨ ਦੀ ਮਿੱਤਰਤਾ ਕਿਵੇਂ ਦੀ ਹੈ? ਕਹਿੰਦੇ ਕਿ ਜਿਵੇਂ ਕੱਖਾਂ ਤੋਂ ਛੋਟੇ ਛੋਟੇ ਲੱਕੜੀ ਦੇ ਟੁਕੜਿਆਂ ਨੂੰ ਅੱਗ ਲਗਾ ਦਈਏ, ਘਾਹ ਫੂਸ ਨੂੰ ਅੱਗ ਲਗਾ ਦਈਏ, ਤੇ ਉਹ ਅੱਗ ਜਿਹੜੀ ਆ ਬਹੁਤਾ ਚਿਰ ਨਹੀਂ ਚੱਲਦੀ। ਕਿਉਂਕਿ ਆਪ ਜੀ ਜਾਣਦੇ ਹੋ ਜਦੋਂ ਘਾਹ ਫੂਸ ਨੂੰ ਅੱਗ ਲਗਾਉਣੀ ਹੈ ਤੇ ਉਹ ਬਹੁਤ ਜਲਦੀ ਨਾਲ ਅੱਗ ਪਕੜਦੀ ਹੈ, ਛੋਟੇ ਟਾਹਣੀਆਂ ਦੇ ਨਾਲ, ਤਿਣਕਿਆਂ ਦੇ ਨਾਲ। ਲੇਕਿਨ ਵੱਡੀਆਂ ਲੱਕੜਾਂ ਨੂੰ ਜਦੋਂ ਅੱਗ ਲਗਾਉਣੀ ਹੋਵੇ ਤੇ ਬੜੀ ਮੁਸ਼ਕਲ ਆਉਂਦੀ ਹੈ। ਤੇ ਗੁਰਦੇਵ ਜੀ ਦੱਸਦੇ ਜਿਵੇਂ ਉਹਨਾਂ ਤ੍ਰਿਣ ਦੀ ਅੱਗ, ਘਾਹ ਫੂਸ ਦੀ ਅੱਗ, ਉਹਨੂੰ ਲੱਗਦੀ ਬੜੀ ਜਲਦੀ ਹੈ, ਉਹਦਾ ਝਲਕਾਰਾ ਵੀ ਬੜੀ ਜਲਦੀ ਮਿਲਦਾ ਹੈ, ਲੇਕਿਨ ਉਹ ਖਤਮ ਵੀ ਉਹਦੀ ਹੋਂਦ ਜਿਹੜੀ ਬੜੀ ਜਲਦੀ ਹੁੰਦੀ ਹੈ। ਦੂਜੀ ਉਦਾਹਰਨ ਦਿੱਤੀ ਹੈ ਜੀ ਗੁਰਦੇਵ ਜੀਆਂ ਨੇ। ਕਹਿੰਦੇ ਨੇ ਕਿ ਮੇਘ ਦੀ ਛਾਇਆ, ਮੇਘ ਦਾ ਭਾਵ ਹੈ ਬੱਦਲ, ਕਿ ਬੱਦਲਾਂ ਦੀ ਛਾਂ ਜਿਹੜੀ ਉਹ ਸਦੀਵੀ ਥੋੜ੍ਹੀ ਰਹਿੰਦੀ ਹੈ ਜੀ। ਬੱਦਲ 2 ਘੰਟੇ ਲਈ, 4 ਘੰਟੇ ਲਈ, 2-4 ਦਿਨ ਲਈ, ਜਿੰਨਾ ਦਿਨ ਵੀ ਆਇਆ ਹੈ ਉਸ ਤੋਂ ਬਾਅਦ 'ਚ ਉਹਨੇ ਉੱਡ ਜਾਣਾ ਹੈ। ਇਸੇ ਤਰ੍ਹਾਂ ਹੀ ਇਹ ਬੱਦਲਾਂ ਦੀ ਛਾਂ ਦੇ ਵਾਂਗ ਅੱਜ ਧਨ ਮੇਰੇ ਕੋਲ ਹੈ, ਕੱਲ੍ਹ ਨੂੰ ਦੂਸਰੇ ਕੋਲ ਹੈ, ਪਰਸੋਂ ਨੂੰ ਤੀਜੇ ਦੇ ਕੋਲ ਹੈ। ਤੇ ਤੀਜੀ ਜਿਹੜੀ ਉਹਨਾਂ ਉਦਾਹਰਨ ਦਿੱਤੀ ਹੈ ਜੀ ਹੜ੍ਹ ਦੇ ਜਲ ਦੀ। ਆ ਜਿਹੜਾ ਫਲੱਡ ਦਾ, ਹੜ੍ਹਾਂ ਦਾ ਪਾਣੀ ਆਉਂਦਾ ਨਾ, ਤੇ ਆਪਾਂ ਦੇਖਦੇ ਹਾਂ ਜੀ ਹੜ੍ਹਾਂ ਦਾ ਪਾਣੀ ਸਾਡੇ ਜੀਵਨ ਦਾ, ਸਾਡੀ ਜ਼ਿੰਦਗੀ ਦਾ ਸਵਾਰਦਾ ਕੁਝ ਨਹੀਂ ਹੈ, ਲੇਕਿਨ ਵਿਗਾੜ ਕੇ ਬਹੁਤ ਕੁਝ ਚਲਿਆ ਜਾਂਦਾ। ਆਪ ਜੀ ਦੇਖਦੇ ਹੀ ਹੋ ਕਿਵੇਂ ਫਸਲਾਂ ਤਬਾਹ ਹੋ ਗਈਆਂ, ਘਰ ਘਾਟ ਜਿਹੜੇ ਨੇ ਉਹ ਤਬਾਹ ਹੋ ਗਏ। ਇਹ ਤੋਂ ਕੀਮਤੀ ਜਾਨਾਂ ਜਿਹੜੀਆਂ ਉਹ ਵੀ ਹੜ੍ਹ ਦੀ ਭੇਟ ਦੇ ਵਿੱਚ ਚਲੀਆਂ ਗਈਆਂ। ਤੇ ਗੁਰਦੇਵ ਜੀਆਂ ਨੇ ਇਸੇ ਕਰਕੇ ਸਮਝਾਇਆ, ਮਾਈ ਮਾਇਆ ਛਲ ਤ੍ਰਿਹਨ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਕਹਿੰਦੇ ਗੋਬਿੰਦ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਇਹ ਕੱਖਾਂ ਦੀ ਅੱਗ ਵਾਂਗ, ਇਹ ਬੱਦਲਾਂ ਦੀ ਛਾਂ ਦੇ ਵਾਂਗ, ਇਹ ਹੜ੍ਹਾਂ ਦੇ ਪਾਣੀ ਦੇ ਵਾਂਗ ਇਹ ਮਾਇਆ ਆਉਂਦੀ ਹੈ, ਤੇ ਬੜਾ ਕੁਝ ਸਾਡੇ ਕੋ ਦੇ ਕੇ ਵੀ ਜਾਂਦੀ, ਤੇ ਬੜਾ ਕੁਝ ਉਹਦੇ ਤੋਂ ਜ਼ਿਆਦਾ ਤਬਾਹ ਕਰਕੇ ਵੀ ਚਲੀ ਜਾਂਦੀ ਹੈ। ਫਿਰ ਇਹਦੇ ਬਾਰੇ ਗੁਰਦੇਵ ਜੀਆਂ ਨੇ ਇੱਕ ਹੋਰ ਬਚਨ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਬਖਸ਼ਿਆ ਹੈ ਮਾਇਆ ਦੇ ਬਾਰੇ। ਕਹਿੰਦੇ ਜਿਹੜਾ ਮਨੁੱਖ ਕਹਿੰਦਾ ਹੈ ਕਿ ਇਹ ਮਾਇਆ ਮੇਰੀ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਕਿ ਉਹ ਉਸ ਮਾਇਆ ਨੂੰ ਆਪਣੀ ਪਤਨੀ ਦੀ ਤਰ੍ਹਾਂ ਸਥਾਨ ਦੇ ਕੇ, ਉਹਦਾ ਸਤਿਕਾਰ ਦੇ ਦੇ ਕੇ ਉਹਨੂੰ ਨਵਾਜਦਾ ਹੈ। ਜਿਵੇਂ ਪਤਨੀ ਦਾ ਪਤੀ ਸਤਿਕਾਰ ਕਰਦਾ, ਇਸ ਤਰ੍ਹਾਂ ਮਾਇਆ ਦਾ ਸਤਿਕਾਰ ਕਰਦਾ। ਤੇ ਗੁਰਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਜੀ, ਕਹਿੰਦੇ ਉਹ ਭਾਵੇਂ ਕਿੰਨਾ ਵੀ ਉਹਨੂੰ ਸਤਿਕਾਰ ਦੇਵੇ,
ਕਿੰਨਾ ਤਿਜੋਰੀਆਂ ਦੇ ਵਿੱਚ ਲੁਕੋ ਕੇ ਰੱਖੇ, ਕਿੰਨੀ ਵੀ ਉਹਦੀ ਨਿਗਰਾਨੀ ਕਰ ਲਵੇ, ਪਰ ਇੱਕ ਦਿਨ ਜਿੱਦਣ ਉਸ ਬੰਦੇ ਦੇ ਸਵਾਸ ਨਿਕਲ ਗਏ ਤੇ ਇਹ ਨਾ ਕਵੇ ਕਿ ਸ਼ਾਇਦ ਜਿਵੇਂ ਮਨੁੱਖ ਦੀ ਪਤਨੀ ਪਤੀ ਤੁਰ ਜਾਣ ਤੇ ਰੋਂਦੀ ਹੈ, ਸ਼ਾਇਦ ਮਾਇਆ ਵੀ ਇਸ ਤਰ੍ਹਾਂ ਵਰਲਾਪ ਕਰੇਗੀ ਮੇਰਾ ਮਾਲਕ ਚਲੇ ਗਿਆ। ਕਹਿੰਦੇ ਨਹੀਂ, ਕਿਉਂਕਿ ਉਹ ਮਾਲਕ ਦੇ ਸਵਾਸ ਨਿਕਲਣ ਦੇ ਨਾਲ ਹੀ ਉਹਦਾ ਮਾਲਕ ਕੋਈ ਹੋਰ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਚਨ ਪੜ੍ਹਦੇ ਜੀ, ਖਸਮ ਮਰੈ ਤਉ ਨਾਰ ਨਾ ਰੋਵੈ, ਉਰਸ ਰਖਵਾਰਾ ਔਰ ਹੋਵੈ। ਭਾਵ ਕਿ ਉਹਦਾ ਰਖਵਾਰਾ, ਉਹਦਾ ਮਾਲਕ ਅੱਜ ਇੱਥੇ ਆ, ਕੱਲ ਨੂੰ ਉੱਥੇ ਚਲੇ ਜਾਂਦੀ। ਸੋ ਇਸ ਕਰਕੇ ਧਨ ਦੀ ਮਿੱਤਰਤਾ ਵੀ ਜਿਹੜੀ ਹੈ ਉਹ ਬਹੁਤੀ ਸਾਥ ਨਿਭਣ ਵਾਲੀ ਨਹੀਂ, ਕੇਵਲ ਚੱਲਦੇ ਸਵਾਸਾਂ ਤੱਕ ਹੈ। ਇਹ ਗੱਲ ਸੰਸਾਰ ਜਿੱਤਣ ਦਾ ਦਾਅਵਾ ਕਰਨ ਵਾਲੇ ਬਾਦਸ਼ਾਹ ਸਿਕੰਦਰ ਨੇ ਵੀ ਇਹ ਗੱਲ ਅੰਤ ਸਮੇਂ ਮੰਨਣੀ ਪਈ ਸੀ, ਜਦੋਂ ਕਹਿੰਦਾ ਸੀ ਮੇਰੀ ਅਰਥੀ ਨੂੰ ਜਿਹੜੇ ਲੈ ਕੇ ਜਾਣਾ ਜਨਾਜੇ ਨੂੰ, ਮੇਰੇ ਹੱਥ ਜਿਹੜੇ ਨੇ ਉਹ ਕਫਨ ਤੋਂ ਬਾਹਰ ਰੱਖਣੇ। ਪੁੱਛਿਆ ਕਿਉਂ? ਕਹਿੰਦੇ ਲੋਕ ਕਹਿੰਦੇ ਕਿ ਬੜਾ ਸਮਰਾਟ ਰਾਜਾ ਸਿਕੰਦਰ ਬੜਾ ਸੰਸਾਰ ਦਾ ਜੇਤੂ ਹੈ, ਪਰ ਸੰਸਾਰ ਨੂੰ ਇਹ ਗੱਲ ਦਾ ਪਤਾ ਲੱਗ ਜਾਵੇ ਕਿ ਆਖਰਕਾਰ ਸਿਕੰਦਰ ਵੀ ਇਸ ਦੁਨੀਆ ਤੋਂ ਖਾਲੀ ਹੱਥ ਤੁਰ ਕੇ ਗਿਆ ਹੈ। ਸੋ ਕਹਿਣ ਦਾ ਭਾਵ ਧਨ ਦੀ ਮਿੱਤਰਤਾ ਕੇਵਲ ਸਵਾਸਾਂ ਤੱਕ ਦੀ ਹੈ। ਇਸ ਤੋਂ ਅੱਗੇ ਆ ਗਈ ਜੀ ਸੰਬੰਧੀਆਂ ਦੀ ਮਿੱਤਰਤਾ। ਸੰਬੰਧੀਆਂ ਦੀ ਮਿੱਤਰਤਾ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਅਸੀਂ ਜਦੋਂ ਬਚਨ ਵੇਖਦੇ ਹਾਂ ਜੀ, ਤੇ ਸਾਨੂੰ ਇੱਕ ਮੈਂ ਪਹਿਲਾਂ ਹੀ ਬੇਨਤੀ ਕਰਾਂ ਵਿਚਾਰ ਕਰਨ ਤੋਂ ਪਹਿਲਾਂ ਕਿ ਇਹ ਜਦੋਂ ਸ਼ਬਦ ਗੁਰੂ ਦੀ ਵਿਚਾਰ ਸੰਬੰਧੀਆਂ ਦੇ ਰਿਸ਼ਤਿਆਂ ਦੇ ਬਾਰੇ ਦੁਨਿਆਵੀ ਪੜ੍ਹਦੇ ਹਾਂ ਤੇ ਕਈ ਵਾਰ ਮਨ ਦੇ ਵਿੱਚ ਸ਼ੰਕਾ ਕਈਆਂ ਦੇ ਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਸ਼ਾਇਦ ਸੰਸਾਰ ਦੇ ਮਨੁੱਖਾਂ ਨਾਲੋਂ ਪ੍ਰੀਤੀ ਪਿਆਰ ਸਾਂਝ ਕਰਨ ਤੋਂ ਤੋੜਦੇ ਨੇ। ਨਹੀਂ ਗੁਰੂ ਸਵਾਰਿਓ, ਗੁਰੂ ਸਾਹਿਬ ਜੀ ਨੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਅਤੇ ਗੁਰੂ ਇਤਿਹਾਸ ਵਿੱਚ ਇਹੀ ਦੱਸਿਆ ਹੈ ਕਿ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੇ ਨਾਲ ਮਿਲਣਾ ਹੈ, ਸੰਸਾਰ ਤੋਂ ਨਿਰੰਕਾਰ ਦੀ ਯਾਤਰਾ ਕਰਨੀ ਹੈ। ਇੱਥੇ ਕਿਸੇ ਵੀ ਰਿਸ਼ਤੇ ਨੂੰ ਮਾੜਾ ਨਹੀਂ ਕਿਹਾ, ਪਰ ਅਸਲ ਜੋ ਸੱਚਾਈ ਹੈ ਉਹਦੇ ਬਾਰੇ ਗੁਰੂ ਸਾਹਿਬਾਨ ਨੇ ਬਿਆਨ ਕੀਤਾ ਹੈ। ਉਹਨਾਂ ਨੇ ਫਰਮਾਨ ਕੀਤਾ ਹੈ, ਕਹਿੰਦੇ ਦੇਖੋ ਭਾਈ, ਦੁਨੀਆ ਦੇ ਵਿੱਚ ਮਿੱਤਰ ਬਣਾਉਣੇ, ਅਸੀਂ ਦੋਸਤ ਬਣਾਉਣੇ ਆ, ਤੇ ਮੈਂ ਬੇਨਤੀ ਫੇਰ ਕਰਾਂ ਕਿ ਸਾਰੇ ਮਿੱਤਰ ਮਾੜੇ ਨਹੀਂ ਹੁੰਦੇ, ਸਾਰੇ ਮਿੱਤਰ ਦਗਾਬਾਜ਼ ਨਹੀਂ ਹੁੰਦੇ। ਬੜੇ ਬੜੇ ਲੋਕ ਇਸ ਦੁਨੀਆ ਦੇ ਵਿੱਚ ਨੇ ਜਿਹੜੇ ਸੰਸਾਰਕ ਮਿੱਤਰਤਾ, ਸੰਸਾਰ ਦੇ ਤਲ ਤੇ ਬਣਾਈ ਹੋਈ ਦੋਸਤੀ ਦੇ ਵਿੱਚ ਆਪਣੀ ਕੁਰਬਾਨੀ, ਆਪਣੀ ਜਾਨ, ਆਪਣੇ ਪਰਿਵਾਰ ਦੀ ਜਾਨ ਤੱਕ ਕੁਰਬਾਨ ਕਰ ਦਿੰਦੇ ਨੇ। ਹੁਣ ਇਤਿਹਾਸ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਜੀ, ਸਾਰੇ ਦਗਾਬਾਜ਼ ਸੰਸਾਰ ਦੇ ਮਿੱਤਰ ਦੋਸਤ ਨਹੀਂ ਹੁੰਦੇ। ਆਪਾਂ ਜਦੋਂ ਪਾਵਨ ਇਤਿਹਾਸ ਪੜ੍ਹਦੇ ਨਾ ਜੀ, ਤੇ ਸਰਦਾਰ ਮਹਿਤਾਬ ਸਿੰਘ ਜੀ ਭੰਗੂ ਜੀ ਮੀਰਾਂਕੋਟ ਵਾਲੇ, ਜਿਨ੍ਹਾਂ ਨੇ ਸ਼ਹੀਦ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲਿਆਂ ਨਾਲ ਰਲ ਕੇ ਬੇਦਬੀ ਕਰ ਰਹੇ ਮੱਸੇ ਰੰਗੜ ਨੂੰ ਸੋਧਿਆ ਸੀ, ਤੇ ਜਦੋਂ ਸਰਕਾਰ ਉਸ ਸਮੇਂ ਦੀ ਸਰਦਾਰ ਮਹਿਤਾਬ ਸਿੰਘ ਨੂੰ ਪਕੜਨਾ ਚਾਹੁੰਦੀ ਹੈ ਤਾਂ ਉਸ ਵੇਲੇ ਭਾਵੇਂ ਸਰਦਾਰ ਜੀ ਉਸ ਨਗਰ ਦੇ ਵਿੱਚ ਰਹੀ ਹੈ, ਹਕੂਮਤ ਨੇ ਆਪਣੀ ਪੁਲਿਸ ਭੇਜੀ, ਆਪਣੇ ਅਫਸਰ ਭੇਜੇ ਉਸ ਮੀਰਾਂਕੋਟ ਪਿੰਡ ਦੇ ਵਿੱਚ, ਤੇ ਕਿਸੇ ਨੇ ਚੁਗਲੀ ਕੀਤੀ, ਕਹਿੰਦੇ ਸਰਕਾਰੀ ਦਰਬਾਰੇ ਚੁਗਲੀ ਕੀਤੀ ਕਿ ਜੇ ਸਰਦਾਰ ਮਹਿਤਾਬ ਸਿੰਘ ਜੀ ਨੂੰ ਪਕੜਨਾ ਹੈ ਤੇ ਫਿਰ ਉਹਦਾ ਪੁੱਤਰ ਇਸ ਪਿੰਡ ਦੇ ਵਿੱਚ ਹੀ ਹੈ, ਉਹਦੇ ਪੱਗਵਟ ਭਰਾ ਮਿੱਤਰ ਚੌਧਰੀ ਨੱਥਾ ਜੀ ਦੇ ਖਹਿਰੇ ਦੇ ਕੋਲ ਹੈ, ਕਿਉਂਕਿ ਚੌਧਰੀ ਨੱਥਾ ਜੀ ਅਤੇ ਭਾਈ ਮਹਿਤਾਬ ਸਿੰਘ ਜੀ ਪੱਗਵਟ ਭਰਾ ਸਨ, ਬੜੀ ਮਿੱਤਰਤਾ ਸੀ। ਹੁਣ ਉਹ ਇਲਾਕੇ ਦੇ ਵਿੱਚ ਚੌਧਰ ਵੀ ਹੈ ਉਹਦੇ ਕੋਲ। ਜਦੋਂ ਸੱਥ ਦੇ ਵਿੱਚ ਬੁਲਾਇਆ ਗਿਆ, ਅਫਸਰ ਆ ਕੇ, ਹਾਕਮ ਆ ਕੇ ਕਹਿਣ ਲੱਗੇ, ਕਹਿੰਦੇ ਨੱਥੇ ਚੌਧਰੀ ਨੂੰ ਕਿ ਅਸੀਂ ਸੁਣਿਆ ਸਰਕਾਰ ਦਾ ਬਾਗੀ ਜਿਨ੍ਹਾਂ ਮੱਸੇ ਰੰਗੜ ਨੂੰ ਮਾਰਿਆ ਏ, ਉਹਦਾ ਕਾਤਲ ਮਹਿਤਾਬ ਸਿੰਘ ਦਾ ਪੁੱਤਰ ਤੇਰੇ ਕੋਲ ਹੈ। ਤੇ ਕਹਿਣ ਲੱਗੇ ਕਿ ਹਾਂ ਕੋਈ ਸ਼ੱਕ ਨਹੀਂ। ਕਹਿੰਦੇ ਜਾਂ ਤੇ ਉਹਨੂੰ ਸਾਡੇ ਹਵਾਲੇ ਕਰ ਦਿੱਤਾ ਜਾਵੇ, ਨਹੀਂ ਤੇ ਤੈਨੂੰ ਤੇਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇਗਾ। ਜਾਓ ਜਾ ਕੇ ਆਪਣੇ ਘਰ ਦੇ ਵਿੱਚ ਉਸ ਪੁੱਤਰ ਨੂੰ ਲੈ ਕੇ ਆਓ। ਹੁਣ ਚੌਧਰੀ ਨੇ ਜਦੋਂ ਘਰ ਆ ਕੇ ਸਲਾਹ ਕੀਤੀ, ਕਹਿਣ ਲੱਗੇ ਇੱਕ ਪਾਸੇ ਸੰਸਾਰ ਦੇ ਵਿੱਚ ਮਿੱਤਰਤਾ ਪਾਈ ਹੈ ਭਾਈ ਮਹਿਤਾਬ ਸਿੰਘ ਦੇ ਨਾਲ, ਪੱਗ ਵਟਾਈ ਹੈ, ਜੇ ਅੱਜ ਉਹਦੀ ਗੈਰ ਹਾਜ਼ਰੀ ਵਿੱਚ ਇਸ ਬੱਚੇ ਨੂੰ ਹਾਕਮਾਂ ਦੇ ਹਵਾਲੇ ਕਰ ਦੇਵਾਂ ਤੇ ਮਿੱਤਰਤਾ ਨੂੰ ਲਾਜ ਲੱਗੇਗੀ, ਉਹ ਪੱਗ ਨੂੰ ਲਾਜ ਲੱਗ ਜਾਵੇਗੀ। ਫਿਰ ਵਿਚਾਰ ਹੋਈ
ਕਿ ਇਹ ਭਾਵੇਂ ਪ੍ਰਾਣਾਂ ਦੀ ਆਹੂਤੀ ਦੇ ਕੇ ਮਰ ਕੇ ਵੀ ਆਪਾਂ ਨੂੰ ਇਹਨਾਂ ਨੂੰ ਹਿਫਾਜ਼ਤ ਦੇ ਨਾਲ ਲਿਜਾਣਾ ਚਾਹੀਦਾ ਹੈ, ਤੇ ਫਿਰ ਵੀ ਕੋਈ ਗੱਲ ਨਹੀਂ। ਜੇ ਅਸੀਂ ਲੈ ਜਾਈਏ, ਸਾਡੀ ਭਾਵੇਂ ਸ਼ਹੀਦੀ ਹੋ ਜਾਵੇ, ਮੌਤ ਹੋ ਜਾਵੇ, ਫਿਰ ਵੀ ਸਾਨੂੰ ਸੌਦਾ ਪ੍ਰਵਾਨ ਹੈ, ਕਿਉਂਕਿ ਸਾਡੀ ਮਿੱਤਰਤਾ ਨੂੰ ਦਾਗ ਨਹੀਂ ਲੱਗੇਗਾ। ਮੁੱਕਦੀ ਗੱਲ ਸੰਗਤ ਜੀ ਇਸੇ ਤਰ੍ਹਾਂ ਹੀ ਹੋਇਆ। ਭਾਈ ਨੱਥਾ ਚੌਧਰੀ ਜੀ ਨੇ ਆਪਣੇ ਪੁੱਤਰ, ਆਪਣੇ ਨੌਕਰਾਂ ਨੂੰ ਨਾਲ ਲੈ ਕੇ, ਤੇ ਫਿਰ ਭਾਈ ਰਾਏ ਸਿੰਘ ਜੋ ਉਹ ਬੱਚਾ ਹੈ ਭਾਈ ਮਤਾਬ ਸਿੰਘ ਜੀ ਦਾ, ਉਹਨੂੰ ਲੈ ਕੇ ਪਿੰਡ ਤੋਂ ਜਦੋਂ ਬਾਹਰ ਗਏ ਨੇ, ਹਾਕਮਾਂ ਨੂੰ ਪਤਾ ਲੱਗ ਗਿਆ। ਉਸ ਵੇਲੇ ਉਹਨਾਂ ਨੇ ਹਮਲਾ ਕੀਤਾ, ਤੇ ਇਹਦੇ ਅੰਦਰ ਚੌਧਰੀ ਨੱਥਾ ਜੀ ਨੇ ਆਪਣੇ ਪਰਿਵਾਰ ਨੌਕਰ ਦੀ ਜਾਨ ਦੇ ਦਿੱਤੀ, ਪਰ ਜਿਉਂਦੇ ਜੀ ਭਾਈ ਰਾਏ ਸਿੰਘ ਨੂੰ ਉਹਨਾਂ ਦੇ ਹੱਥ ਨਹੀਂ ਆਉਣ ਦਿੱਤਾ। ਇਹ ਹੁੰਦੀ ਮਿੱਤਰਤਾ, ਸੰਸਾਰ ਵਿੱਚ ਹੈ। ਲੇਕਿਨ ਇਹਦਾ ਦੂਜਾ ਪੱਖ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਾਂ ਹੋਰ ਸ਼ਬਦ ਅਸੀਂ ਉਹਨਾਂ ਦੀ ਬਾਣੀ ਦੇ ਜਾਂ ਗੁਰੂ ਸਾਹਿਬਾਨਾਂ ਭਗਤ ਸਾਹਿਬਾਨਾਂ ਦੇ ਪੜ੍ਹਦੇ ਆ, ਤੇ ਉਹ ਕਹਿੰਦੇ ਸੱਚੀ ਮਿੱਤਰਤਾ ਵੀ ਹੈ ਲੇਕਿਨ ਬਹੁਤ ਘੱਟ, ਲੇਕਿਨ ਦਗੇਬਾਜੀ ਵਾਲੀ ਮਿੱਤਰਤਾ ਪੈਰ ਪੈਰ ਤੇ ਮਿਲ ਜਾਂਦੀ ਹੈ। ਤੇ ਜਿਹੜੀ ਦਗੇਬਾਜੀ ਵਾਲੀ ਮਿੱਤਰਤਾ ਹੈ ਉਹਦੇ ਬਾਰੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਕਹਿੰਦੇ ਭਾਈ ਉਹ ਮਿੱਤਰਤਾ ਜਿਹੜੀ ਹੈ ਨਾ, ਉਹ ਗੁਰਮੁਖਾਂ ਵਾਲੀ ਨਹੀਂ, ਉਹ ਮਨਮੁਖਾਂ ਵਾਲੀ ਮਿੱਤਰਤਾ ਹੈ। ਕਿਉਂਕਿ ਉਹਨਾਂ ਦੱਸਿਆ ਹੈ ਕਿ ਮਨਮੁਖਾਂ ਦੀ ਦੋਸਤੀ ਜਿਹੜੀ ਉਹ ਕੇਵਲ ਮਾਇਆ ਦੇ ਰਿਸ਼ਤੇ ਦੀ ਹੁੰਦੀ ਹੈ। ਜਦੋਂ ਮਾਇਆ ਕੋਲ ਹੈ, ਪੈਸਾ ਕੋਲ ਹੈ, ਉਦੋਂ ਸਾਡੇ ਨਾਲ ਉਹ ਪਰਛਾਵਾਂ ਬਣ ਕੇ ਰਹਿਣਗੇ ਸੰਗਤ ਜੀ। ਉਦੋਂ ਦਿਨ ਰਾਤ ਸਾਡੇ ਔਗਣਾਂ ਨੂੰ ਵੀ ਗੁਣ ਬਣਾ ਕੇ ਦੱਸਣਗੇ। ਪਰ ਜਿੱਦਣ ਸਾਡੇ ਕੋਲੋਂ ਉਹ ਮਾਇਆ, ਉਹ ਦੁਨੀਆ ਦੇ ਸੁੱਖ ਦੂਰ ਹੋ ਜਾਵਣ, ਉਹ ਮਿੱਤਰ ਵੀ ਉਹ ਫਲ ਵਾਲੇ ਦਰਖਤ ਉੱਪਰ ਬੈਠਣ ਵਾਲੇ ਪੰਛੀ ਦੇ ਵਾਂਗ, ਫਿਰ ਜਦੋਂ ਫਲ ਨਹੀਂ ਹੁੰਦਾ ਪੰਛੀ ਉਡਾਰੀ ਮਾਰ ਜਾਂਦਾ ਏ, ਉਹ ਵੀ ਪੰਛੀ ਬਣ ਕੇ ਉੱਥੋਂ ਉੱਡ ਜਾਂਦੇ ਨੇ। ਤੇ ਗੁਰਦੇਵ ਜੀਆਂ ਨੇ ਫਿਰ ਦੱਸਿਆ ਕਿ ਉਹ ਤੁਹਾਡੇ ਜਿੱਥੇ ਕੋਲ ਪੈਸਾ ਸੀ, ਸੁੱਖ ਨੇ, ਔਗਣਾਂ ਨੂੰ ਗੁਣ ਬਣਾ ਕੇ ਦੱਸਦੇ ਨੇ, ਜਦੋਂ ਦੂਰ ਹੋ ਜਾਂਦੇ ਨੇ ਤੁਹਾਡੇ ਗੁਣਾਂ ਨੂੰ ਵੀ ਔਗਣ ਬਣਾ ਕੇ ਲੋਕਾਂ ਨੂੰ ਦੱਸਦੇ ਨੇ। ਕਹਿੰਦੇ ਕਿ ਤਾਂ ਮੈਂ ਮਿੱਤਰਤਾ ਤੋੜੀ। ਤੇ ਗੁਰਦੇਵ ਜੀ ਫਰਮਾਨ ਕਰਦੇ, ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨ ਪਾਇਨ ਬੰਦ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵੇ ਤਿਤ ਦਿਨ ਬੋਲਣ ਗੰਧ। ਭਾਵ ਕੇ ਫਿੱਕੇ ਬਚਨ ਉਦੋਂ ਬੋਲਦੇ ਨੇ। ਤੇ ਭਗਤ ਕਬੀਰ ਜੀ ਤੇ ਸੰਸਾਰ ਦੇ ਰਿਸ਼ਤਿਆਂ ਦੀ ਗੱਲ ਕਰਦਿਆਂ ਹੋਇਆਂ ਪਾਵਨ ਸ਼ਲੋਕਾਂ ਦੇ ਅੰਦਰ ਉਪਦੇਸ਼ ਦੇ ਕੇ ਨਵਾਜਦੇ ਨੇ। ਭਗਤ ਕਬੀਰ ਜੀ ਦੱਸਦੇ, ਕਹਿੰਦੇ ਭਾਈ ਸੰਸਾਰ ਦੇ ਸੱਜਣ ਤਾਈ, ਸੰਸਾਰ ਦੇ ਮਿੱਤਰ, ਮੈਂ ਕਿ ਇੱਥੇ ਬੇਨਤੀ ਹੋਰ ਕਰ ਦਵਾਂ ਕਿ ਕੇਵਲ ਬਾਹਰੀ ਮਨੁੱਖਾਂ ਦੀ ਮਿੱਤਰਤਾ ਨਹੀਂ, ਮਿੱਤਰਤਾ ਦਾ ਭਾਵ ਇਹ ਹੈ ਜਿਨ੍ਹਾਂ ਦੋ ਰੂਹਾਂ ਦੀ ਬੜੀ ਅੰਦਰੂਨੀ ਸਾਂਝ ਹੋਵੇ, ਇੱਕ ਦੂਜੇ ਦੇ ਨਾਲ ਦੁੱਖ ਸੁੱਖ ਦੇ ਭਾਈਵਾਲ ਹੋਣ। ਤੇ ਗੁਰੂ ਸਵਾਰਿਓ ਕੇਵਲ ਇਹ ਮਿੱਤਰਤਾ ਦੋ ਦੋਸਤਾਂ ਦੀ, ਦੋ ਸ਼ਰੀਰਾਂ ਦੀ ਬਾਹਰੋਂ ਹੀ ਨਹੀਂ, ਪਰਿਵਾਰ ਦੇ ਵਿੱਚ ਵੀ ਮਿੱਤਰਤਾ ਚੱਲਦੀ ਹੈ। ਜੇ ਮਾਤਾ ਪਿਤਾ ਨਾਲ ਮਿੱਤਰਤਾ ਹੈ ਤਾਂ ਹੀ ਮਾਤਾ ਪਿਤਾ ਦਾ ਸਤਿਕਾਰ ਤੇ ਮਾਤਾ ਪਿਤਾ ਕੋ ਪਿਆਰ ਮਿਲਦਾ ਹੈ। ਜੇ ਭਰਾਵਾਂ ਦੇ ਵਿੱਚ ਮਿੱਤਰਤਾ ਹੈ ਤੇ ਤਾਂ ਹੀ ਉਹ ਮਿੱਤਰਤਾ ਭਰਾ ਜਿਹੜੇ ਨੇ ਇੱਕ ਦੂਜੇ ਤੋਂ ਜਾਨਾਂ ਵਾਰਦੇ ਨੇ। ਜਦੋਂ ਮਿੱਤਰਤਾ ਭਰਾਵਾਂ ਵਿੱਚੋਂ ਖਤਮ ਹੋ ਜਾਵੇ, ਉਸ ਵੇਲੇ ਉਹ ਦੋਨੋਂ ਹੀ ਭਰਾ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ। ਪਤੀ ਪਤਨੀ ਦੇ ਵਿੱਚ ਮਿੱਤਰਤਾ ਹੈ ਤੇ ਵਫਾਦਾਰੀ ਗ੍ਰਸਤੀ ਦੇ ਵਿੱਚ ਰਹਿੰਦੀ ਹੈ। ਬੱਚਿਆਂ ਦੇ ਵਿੱਚ ਮਿੱਤਰਤਾ ਹੈ ਮਾਤਾ ਪਿਤਾ ਨਾਲ, ਤੇ ਫਿਰ ਵਫਾਦਾਰੀ ਰਹਿੰਦੀ ਹੈ। ਤੇ ਭਗਤ ਕਬੀਰ ਜੀਆਂ ਨੇ ਫਿਰ ਇਸ ਪਾਵਨ ਸ਼ਲੋਕਾਂ ਦੇ ਅੰਦਰ ਦੱਸਿਆ ਹੈ, ਕਹਿੰਦੇ ਇੱਕ ਦਿਨ ਮੈਂ ਸੰਸਾਰ ਦੇ ਅੰਦਰ ਗਲ ਵਿੱਚ ਢੋਲ ਪਾ ਕੇ, ਕਹਿੰਦੇ ਸੰਸਾਰ ਦੇ ਵਿੱਚ ਜਾਂਦਿਆਂ ਸ਼ਹਿਰ ਗਲੀ ਗਲੀ ਬਾਜ਼ਾਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਜਾ ਕੇ ਢੋਲ ਵਜਾ ਕੇ, ਢੋਲ ਦੇ ਡੰਕੇ ਦੇ ਨਾਲ ਇੱਕ ਗੱਲ ਕੱਲੇ ਮਨੁੱਖ ਦੇ ਕੋਲ ਜਾ ਕੇ ਪੁੱਛੀ। ਕੀ ਪੁੱਛੀ ਜੀ? ਕਹਿੰਦੇ ਮੈਂ ਸਾਰਿਆਂ ਨੂੰ ਪੁੱਛਿਆ ਕਿ ਇਸ ਸੰਸਾਰ ਵਿੱਚ ਮਾਇਆ, ਸਾਡਾ ਸਰੀਰ, ਸਾਡੇ ਭੈਣ ਭਰਾ, ਸਾਡੇ ਦੋਸਤ, ਸਾਡੀਆਂ ਉਪਾਧੀਆਂ, ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਸਾਡਾ ਹੈ ਜਿਹੜਾ ਆਖਰ ਤੱਕ ਨਿਭ ਸਕੇ? ਤੇ ਕਹਿੰਦੇ ਸਾਰਿਆਂ ਨੇ ਇਹ ਗੱਲ ਕਹਿ ਦਿੱਤੀ, ਭਗਤ ਜੀ ਇਸ ਦੁਨੀਆ ਦੇ ਵਿੱਚ ਪਰਮਾਤਮਾ ਤੋਂ ਬਿਨਾਂ ਧਨ ਮਿੱਤਰਤਾ ਸੰਬੰਧੀ ਇਹਨਾਂ ਵਿੱਚੋਂ ਕੋਈ ਵੀ ਸਾਡਾ ਨਾਲ ਨਿਭਣ ਵਾਲਾ ਨਹੀਂ। ਤੇ ਭਗਤ ਜੀ ਦੇ ਬਚਨ ਨੇ, ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਕੰਧ ਚੜਾਏ। ਮੰਦਲ ਦਾ ਭਾਵ ਹੈ ਢੋਲ।
ਤੇ ਕੰਧੇ ਦੇ ਉੱਪਰ ਗਲ ਵਿੱਚ ਪਾ ਕੇ ਕਹਿੰਦੇ ਨੇ ਕਿ ਕਬੀਰ ਸਭ ਜਗ ਹੋਂ ਫਿਰਿਓ ਮਾਂਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ। ਕਹਿੰਦੇ ਮੈਂ ਸਾਰੇ ਦੇਖ ਲਿਆ ਏ। ਤੇ ਸਾਂਝ ਕਿੱਦਾਂ ਦੀ ਹੈ ਜੀ? ਭਗਤ ਕਬੀਰ ਜੀ ਨੇ ਫਿਰ ਇੱਕ ਦੀਵੇ ਦੀ ਉਦਾਹਰਨ ਦੇ ਕੇ ਦੱਸਿਆ। ਕਹਿੰਦੇ ਭਾਈ ਸੰਸਾਰ ਦੇ ਮਿੱਤਰਾਂ ਦੀ, ਸੰਸਾਰਕ ਰਿਸ਼ਤਿਆਂ ਦੀ ਨੇੜਤਾ ਦੀ ਗੱਲ ਛੱਡੋ, ਧਨ ਦੀ ਗੱਲ ਛੱਡੋ, ਕਹਿੰਦੇ ਜਿਹੜਾ ਸਾਡਾ ਚਾਨਣ ਦੇ ਵਿੱਚ ਪਰਛਾਵਾਂ ਹੈ ਨਾ ਜੀ, ਉਹ ਵੀ ਕਹਿੰਦੇ ਚਾਨਣ ਦਾ ਪਰਛਾਵਾਂ ਹੈ, ਹਨੇਰੇ ਦੇ ਵਿੱਚ ਉਹ ਵੀ ਸਾਡਾ ਸਾਥ ਛੱਡ ਜਾਂਦਾ ਹੈ। ਉਹਨਾਂ ਉਦਾਹਰਨ ਦਿੱਤੀ ਹੈ ਕਿ ਜਿਵੇਂ ਦੀਵੇ ਦੇ ਵਿੱਚ ਤੇਲ ਪਾਈਏ, ਵੱਟੀ ਜਲਾਈਏ ਤੇ ਉਹ ਰੌਸ਼ਨੀ ਦਿੰਦਾ ਹੈ। ਜਦੋਂ ਦੀਵਾ ਜਗਦਾ ਹੈ ਨਾ ਜੀ, ਉਦੋਂ ਫਿਰ ਸੰਸਾਰ ਵਿੱਚ, ਜਦੋਂ ਘਰ ਵਿੱਚ ਅਸੀਂ ਕਿਤੇ ਵੀ ਵਿਚਰਦੇ ਆ, ਜਿੱਧਰ ਨੂੰ ਸਾਡਾ ਸਰੀਰ ਜਾਂਦਾ ਅਸੀਂ ਜਾਂਦੇ ਆ, ਉਹ ਪਰਛਾਵਾਂ ਵੀ ਨਾਲ ਨਾਲ ਚੱਲਦਾ ਹੈ। ਤੇ ਜਦੋਂ ਤੇਲ ਮੁੱਕ ਜਾਵੇ ਉਦੋਂ ਹਨੇਰਾ ਪਸਰ ਜਾਂਦਾ ਹੈ, ਤੇ ਹਨੇਰਾ ਪਸਰਨ ਦੇ ਨਾਲ ਉਹ ਪਰਛਾਵਾਂ ਵੀ ਸਾਡਾ ਸਾਥ ਛੱਡ ਜਾਂਦਾ ਹੈ। ਤੇ ਭਗਤ ਜੀ ਦੇ ਬਚਨ ਨੇ, ਕਹਿੰਦੇ ਇਸੇ ਤਰ੍ਹਾਂ ਹੀ ਜਿੰਨਾ ਚਿਰ ਸਾਡੇ ਸਰੀਰ ਵਿੱਚ, ਸਾਡੇ ਕੋਲ ਸੁੱਖ ਨੇ, ਸੁੱਖਾਂ ਦਾ ਚਾਨਣ ਹੈ, ਸਾਡੇ ਜੀਵਨ ਦੇ ਵਿੱਚ ਪਦਾਰਥਾਂ ਦਾ ਚਾਨਣ ਹੈ, ਉਹਨਾਂ ਚਿਰ ਲੋਕ ਸਾਡੇ ਨਾਲ ਪਰਛਾਵਾਂ ਬਣ ਕੇ ਚੱਲਣਗੇ। ਜਿੱਦਣ ਸਾਡੇ ਕੋਲੋਂ ਉਹ ਉਪਾਧੀ, ਉਹ ਅਹੁਦਾ, ਰੁਤਬਾ ਜਾਂ ਦੁਨੀਆ ਦੇ ਸੁੱਖ ਜਿਹੜੇ ਨੇ ਉਹ ਚਲੇ ਗਏ, ਤੇ ਜਿਹੜੇ ਸਰੀਰ ਦੇ ਨਾਲ ਪਰਛਾਵਾਂ ਬਣ ਕੇ ਰਹਿੰਦੇ ਸਨ, ਉਹ ਵੀ ਪਰਛਾਵੇਂ ਜਿਹੜੇ ਨੇ ਉੱਡ ਜਾਂਦੇ ਨੇ। ਕਹਿੰਦੇ ਉਹਨਾਂ ਨੂੰ ਨਿੰਦਣ ਦੀ ਗੱਲ ਨਹੀਂ ਹੈ, ਕਿਉਂਕਿ ਸੰਸਾਰ ਦੀ ਸੱਚਾਈ ਹੈ, ਪਰਛਾਵੇਂ ਹਮੇਸ਼ਾ ਚਾਨਣ ਦੇ ਹੁੰਦੇ ਨੇ, ਹਨੇਰੇ ਦਾ ਕੋਈ ਪਰਛਾਵਾਂ ਨਹੀਂ। ਤੇ ਭਗਤ ਜੀ ਦੇ ਬਚਨ ਨੇ, ਜਬ ਲਗ ਤੇਲ ਦੀਵੈ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ, ਰੇ ਬੌਰੇ ਤੋਹੇ ਘਰੀ ਨਾ ਰਾਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਇਹਦੇ ਅੰਦਰ ਦੱਸਿਆ ਸੰਸਾਰ ਦੇ ਰਿਸ਼ਤਿਆਂ ਦੀ ਗੱਲ। ਕਹਿੰਦੇ ਕਿ ਤੇਰੀ ਪਤਨੀ ਉਹ ਵੀ ਕੇਸ ਖਿਲਾਰ ਕੇ ਵਰਲਾਪ ਕਰੇਗੀ, ਇਹਦੇ ਤੋਂ ਵੱਧ ਉਹ ਵੀ ਕੁਝ ਨਹੀਂ ਕਰ ਸਕਦੀ। ਤੇਰੀ ਮਾਤਾ ਤੈਨੂੰ ਬਾਹਰਲੀ ਦਹਲੀਜ਼ ਤੱਕ ਲਿਜਾ ਸਕਦੀ, ਜਾ ਸਕਦੀ ਹੈ, ਅੱਗੇ ਉਹਦੇ ਤੋਂ ਤੇਰੇ ਭਰਾ ਸੰਬੰਧੀਆਂ ਨੇ ਸ਼ਮਸ਼ਾਨ ਘਾਟ ਤੱਕ ਲੈ ਜਾਣਾ। ਇਹ ਸੰਸਾਰ ਦੀ ਮਿੱਤਰਤਾ ਦੀ ਗੱਲ ਹੈ ਕਿ ਇਹੋ ਜਿਹਾ ਇੱਥੇ ਸੰਸਾਰ ਵਿੱਚ ਵਰਤਾਰਾ ਹੈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਫਰਮਾਨ ਕਰਦੇ, ਕਹਿੰਦੇ ਪ੍ਰੀਤਮਾ ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ, ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਸੋ ਖੈਰ ਇਹ ਸੰਸਾਰ ਦੀ ਮਿੱਤਰਤਾ ਹੈ। ਹੁਣ ਨਿਰੰਕਾਰ ਦੀ ਮਿੱਤਰਤਾ ਦੇ ਵਿੱਚ, ਕਰਤਾਰ ਦੀ ਮਿੱਤਰਤਾ ਦੀ ਜਦੋਂ ਗੱਲ ਕਰਦੇ, ਤੇ ਗੁਰਦੇਵ ਜੀ ਸਮਝਾਉਂਦੇ ਕਿ ਸੰਸਾਰ ਦੀ ਮਿੱਤਰਤਾ ਵਿੱਚ ਕਰਮ ਜੋ ਜਿਹੋ ਜਿਹੇ ਅਸੀਂ ਕਰਦੇ ਹਾਂ, ਚੰਗਾ ਕਰਦੇ ਆ, ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ। ਕਹਿੰਦੇ ਜਿਹੋ ਜਿਹੇ ਕਰਮ ਕਰਦੇ ਆ, ਉਹਨਾਂ ਨੇ ਉਹੋ ਜਿਹਾ ਚੰਗਾ ਮੰਦੇ ਦਾ ਫਲ ਸਾਨੂੰ ਦੇਣਾ ਹੈ। ਸੰਬੰਧੀਆਂ ਦੇ ਨਾਲ ਜਿਹੜੀ ਮਿੱਤਰਤਾ, ਮਾਇਆ ਦੀ ਮਿੱਤਰਤਾ, ਕਰਮਾਂ ਦੀ ਮਿੱਤਰਤਾ, ਉਹ ਇਸ ਤਰ੍ਹਾਂ ਦੀ ਹੈ ਜੀ। ਪਰ ਜਦੋਂ ਕਰਤਾਰ ਦੀ ਮਿੱਤਰਤਾ ਦੀ ਗੱਲ ਆਉਂਦੀ ਹੈ ਨਾ ਜੀ, ਤੇ ਉਹ ਬਿਲਕੁਲ ਇਹਦੇ ਤੋਂ ਉਲਟ ਹੈ। ਕਹਿੰਦੇ ਜਦੋਂ ਕਰਤਾਰ ਦੇ ਨਾਲ ਮਿੱਤਰਤਾ ਪਾ ਲਈ, ਵਾਹਿਗੁਰੂ ਦੇ ਨਾਲ ਮਿੱਤਰਤਾ ਪਾ ਲਈ, ਤੇ ਉਹ ਤੇਰਾ ਇਸ ਸੰਸਾਰ ਵਿੱਚ ਵੀ ਤੇ ਉਸ ਸੰਸਾਰ ਵਿੱਚ ਵੀ ਸਾਥ ਦੇਣ ਵਾਲਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀਆਂ ਨੇ ਸੂਹੀ ਰਾਗ ਦੇ ਅੰਦਰ ਦੋ ਸੱਜਣਾਂ ਦੀ ਗੱਲ ਕੀਤੀ ਹੈ। ਕਹਿੰਦੇ ਇੱਕ ਸੱਜਣ ਉਹ ਨੇ ਜਿਹੜੇ ਕਹਿਣ ਦੇ ਭਾਂਡੇ ਦੇ ਵਾਂਗ ਬਾਹਰੋਂ ਬੜੇ ਲਿਸ਼ਕਵੇਂ ਦਾਅਵੇ ਕਰਦੇ, ਅਸੀਂ ਤੇਰੇ ਨਾਲ ਹੈ, ਅਸੀਂ ਤੇਰੇ ਨਾਲ ਹੈ, ਪਰ ਜਦੋਂ ਸੁੱਖਾਂ ਦੀ ਰਾਸ ਖਤਮ ਹੋ ਜਾਵੇ, ਉਦੋਂ ਉਹ ਜਿਵੇਂ ਕਹਿਣ ਦੇ ਭਾਂਡੇ ਨੂੰ ਗੁਰਦੇਵ ਜੀ ਕਹਿੰਦੇ 100 ਵਾਰੀ ਧੋ ਕੇ ਘਸਾ ਲਈਏ ਹੱਥ ਦੇ ਉੱਪਰ, 100 ਵਾਰੀ ਧੋਣ ਨਾਲ ਵੀ ਉਹਦੀ ਕਾਲਖ ਖਤਮ ਨਹੀਂ ਹੁੰਦੀ। ਕਹਿੰਦੇ ਦੁਨਿਆਵੀ ਮਿੱਤਰ ਇਦਾਂ ਹੈ, ਬਾਹਰੋਂ ਕਹਿਣ ਦੇ ਭਾਂਡੇ ਵਾਂਗ ਕਹਿਣਗੇ ਤੇਰੇ ਤੋਂ ਜਾਨ ਵਾਰ ਦਾਂਗੇ, ਅਸੀਂ ਤੇਰੇ ਨਾਲ ਹੈ, ਪਰ ਅੰਦਰਲੀ ਕਾਲਖ ਜਿਹੜੀ ਹੈ ਉਹ ਫਿਰ ਦਿਖਾਈ ਦਿੰਦੀ ਜਦੋਂ ਸੁੱਖ ਉੱਡ ਜਾਣ। ਤੇ ਕਰਤਾਰ ਦੀ ਮਿੱਤਰਤਾ ਇਹਦੇ ਬਿਲਕੁਲ ਵਿਪਰੀਤ ਹੈ। ਉਹ ਇਸ ਸੰਸਾਰ ਵਿੱਚ ਵੀ, ਨਿਰੰਕਾਰ ਦੀ ਦੁਨੀਆ ਦੇ ਵਿੱਚ ਵੀ ਸਾਡਾ ਸਾਥ ਨਹੀਂ ਛੱਡਦੀ। ਤੇ ਗੁਰਦੇਵ ਜੀਆਂ ਨੇ ਇਸੇ ਕਰਕੇ ਸਮਝਾਇਆ ਕਿ ਭਾਈ ਮਿੱਤਰ ਬਣਾਉਣੇ ਇਹੋ ਜਿਹਾ ਮਿੱਤਰ ਬਣਾ, ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਣੀਐ। ਜਿਹੜਾ ਇਸ ਸੰਸਾਰ ਵਿੱਚ ਵੀ
ਤੇ ਇਸ ਸੰਸਾਰ ਤੋਂ ਕੂਚ ਕਰਨ ਵੇਲੇ ਵੀ ਸਾਡਾ ਸਾਥ ਨਾ ਛੱਡੇ ਤੇ ਉਸ ਨੂੰ ਮਿੱਤਰ ਬਣਾ। ਤੇ ਉਹ ਮਿੱਤਰ ਕਿਹੜਾ ਹੈ ਜੀ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੁਨੀਆ ਦੇ 5 ਰਿਸ਼ਤਿਆਂ ਦੀ ਗੱਲ ਕਰਦਿਆਂ ਹੋਇਆਂ ਦੱਸਿਆ, ਜਿੱਥੇ ਮਾਤਾ ਪਿਤਾ ਭੈਣ ਭਰਾ ਭਾਈ ਬੰਧਪ ਇਹ ਨਹੀਂ ਪਹੁੰਚ ਸਕਦੇ ਪਰਮਾਤਮਾ ਦਾ ਨਾਮ, ਉੱਥੇ ਵੀ ਤੇਰੀ ਰੱਖਿਆ ਕਰਨ ਵਾਲਾ ਹੈ। ਤੇ ਗੁਰਦੇਵ ਜੀਆਂ ਦੇ ਬਚਨ ਨੇ ਜੀ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਹ ਕਰਤਾਰ ਦੀ ਮਿੱਤਰਤਾ ਹੈ। ਤੇ ਗੁਰਦੇਵ ਜੀਆਂ ਨੇ ਦੱਸਿਆ ਕਰਤਾਰ ਦੀ ਮਿੱਤਰਤਾ ਦੇ ਵਿੱਚ ਵੀ 3 ਤਰ੍ਹਾਂ ਦੀ ਮਿੱਤਰਤਾ, ਇੱਕ ਗੁਰਮੁਖ ਦੀ ਮਿੱਤਰਤਾ, ਇੱਕ ਗੁਰੂ ਦੀ ਮਿੱਤਰਤਾ ਤੇ ਇੱਕ ਕਰਤਾਰ ਪਰਮਾਤਮਾ ਦੀ ਮਿੱਤਰਤਾ ਹੈ। ਹੁਣ ਗੁਰਮੁਖ ਦੀ ਮਿੱਤਰਤਾ ਤੋਂ ਭਾਵ ਇਹ ਨਹੀਂ ਜਿਹੜੇ ਦੇਹਧਾਰੀ ਆਪਣੀ ਪੂਜਾ ਕਰਾਉਣ ਤੇ ਗੁਰਬਾਣੀ ਤੋਂ ਦੂਰ ਲੈ ਜਾਣ ਵਾਲੇ, ਨਹੀਂ। ਇੱਥੇ ਗੁਰਮੁਖ ਦੀ ਮਿੱਤਰਤਾ ਬ੍ਰਹਮ ਗਿਆਨੀ ਸੰਤ ਸਾਧੂ ਦਾਸ ਜਨ ਜੋ ਬੰਦਗੀ ਕਰਨ ਵਾਲੇ ਨੇ ਉਹਨਾਂ ਨੂੰ ਗੁਰਮੁਖ ਦੀ ਮਿੱਤਰਤਾ ਕਿਹਾ ਹੈ। ਤੇ ਦੁਨੀਆ ਦੇ ਵਿੱਚ ਬੜੀ ਬੜੀ ਗੁਰਮੁਖ ਦੀ ਮਿੱਤਰਤਾ ਨਿਭਾਉਣ ਵਾਲੇ ਨੇ। ਇਤਿਹਾਸ ਵਿੱਚ ਅਨੇਕਾਂ ਸਾਖੀਆਂ ਨੇ, ਜਿਹਦੇ ਵਿੱਚੋਂ ਬਾਬਾ ਬਿਧੀ ਚੰਦ ਬਾਬਾ ਉਸ ਪੀਰ ਸੁੰਦਰ ਸ਼ਾਹ ਦੀ ਜਦੋਂ ਗੱਲ ਕਰਦੇ, ਜੋ ਪੀਰ ਬੁੱਢਨ ਸ਼ਾਹ ਦਾ ਚੇਲਾ ਏ, ਯੂਪੀ ਦੇ ਵਿੱਚ ਰਹਿੰਦਾ, ਕੀਰਤਪੁਰ ਸਾਹਿਬ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਉਂਦੇ ਨੇ ਉਦੋਂ ਫਿਰ ਬਿਧੀ ਚੰਦ ਭਾਈ ਜੀ ਦੇ ਨਾਲ ਉਹਨਾਂ ਦੀ ਮਿੱਤਰਤਾ ਹੁੰਦੀ ਹੈ ਸੁੰਦਰ ਸ਼ਾਹ ਦੀ। ਤੇ ਸੁੰਦਰ ਸ਼ਾਹ ਨੇ ਇੱਕ ਗੱਲ ਕਹੀ ਸੀ ਭਾਈ ਬਿਧੀ ਚੰਦ ਨੂੰ, ਕਹਿੰਦੇ ਬਾਬਾ ਬਿਧੀ ਚੰਦ ਜੀ ਮਿੱਤਰਤਾ ਦਾ ਤਾਂ ਮਜ਼ਾ ਏ ਜੇ ਅਸੀਂ ਸੰਸਾਰ ਤੋਂ ਜਾਣ ਲੱਗਿਆਂ ਵੀ ਇੱਕੇ ਸਮੇਂ ਇੱਕੇ ਜਗ੍ਹਾ ਦੇ ਉੱਪਰ ਇਕੱਠੇ ਸਵਾਸ ਛੱਡੀਏ। ਤੇ ਉਹਨਾਂ ਕਿਹਾ ਸੀ ਗੁਰੂ ਨੇ ਚਾਹਿਆ ਤੇ ਇਦਾਂ ਹੋਵੇਗਾ। ਤੇ ਸੰਗਤ ਜੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਗਿਆ ਕਰਕੇ ਜਦੋਂ ਪ੍ਰਚਾਰ ਹਿੱਤ ਭੇਜਿਆ ਯੂਪੀ ਦੇ ਇਲਾਕੇ ਵਿੱਚ, ਸੁੰਦਰ ਸ਼ਾਹ ਦੇ ਡੇਰੇ ਤੇ ਜਾ ਕੇ ਬਾਬਾ ਬਿਧੀ ਚੰਦ ਤੇ ਸੁੰਦਰ ਸ਼ਾਹ ਨੇ ਇਕੱਠੇ ਸਵਾਸ ਛੱਡੇ ਨੇ, ਇਤਿਹਾਸ ਗਵਾਹ ਹੈ। ਇਹ ਗੁਰਮੁਖ ਦੀ ਮਿੱਤਰਤਾ ਹੈ ਕਿ ਗੁਰਮੁਖ ਦੇ ਨਾਲ ਜਦੋਂ ਜੁੜਾਂਗੇ ਉਹ ਆਪਣੇ ਨਾਲ ਨਹੀਂ ਜੋੜਦਾ, ਉਹ ਗੁਰੂ ਦੇ ਨਾਲ ਜੋੜਦਾ ਹੈ। ਜਦੋਂ ਗੁਰੂ ਨਾਲ ਜੁੜ ਜਾਵਾਂਗੇ ਉਦੋਂ ਫਿਰ ਪਰਮਾਤਮਾ ਨਾਲ ਗੁਰੂ ਸਾਹਿਬ ਜੀ ਜੋੜ ਦਿੰਦੇ ਨੇ, ਕਿਉਂਕਿ ਇੱਕ ਸੰਬੰਧ ਹੈ। ਗੁਰਮੁਖ ਨਾਲ ਜੁੜਾਂਗੇ ਤੇ ਗੁਰੂ ਨਾਲ ਜੁੜ ਜਾਵਾਂਗੇ, ਗੁਰੂ ਨਾਲ ਜੁੜ ਗਏ ਤੇ ਗੁਰੂ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ। ਇਸ ਕਰਕੇ ਪਰਮਾਤਮਾ ਦੇ ਮਿੱਤਰ ਬਣਾਉਣ ਦੀ ਗੱਲ ਅੱਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਵੀ ਦੱਸੀ ਹੈ। ਤੇ ਗੁਰਦੇਵ ਜੀ ਸਮਝਾਉਂਦੇ, ਤੂੰ ਮੇਰਾ ਸਖਾ ਹੇ ਵਾਹਿਗੁਰੂ ਜੀ, ਤੂੰ ਹੀ ਮੇਰਾ ਸਖਾ ਏ ਭਾਵ ਮੇਰਾ ਮਿੱਤਰ ਹੈ, ਤੂੰ ਹੀ ਮੇਰਾ ਮੀਤ, ਤੂੰ ਹੀ ਮੇਰਾ ਪਿਆਰਾ ਮਿੱਤਰ ਹੈ, ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ। ਕਹਿੰਦੇ ਕਿ ਤੂੰ ਹੀ ਮੇਰਾ ਪ੍ਰੀਤਮ ਪਿਆਰਾ ਮਿੱਤਰ ਹੈ, ਤੇਰੇ ਨਾਲ ਹੀ ਮੇਰਾ ਹਿਤ ਹੈ, ਤੂੰ ਮੇਰੀ ਪਤ, ਤੂੰ ਹੈ ਮੇਰਾ ਗਹਿਣਾ। ਇਹ ਬਚਨ ਉਹਨਾਂ ਦੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਮਿੱਤਰ ਬਣਾ ਲਿਆ। ਤੇ ਗੁਰਦੇਵ ਜੀ ਸਮਝਾਉਂਦੇ, ਕਹਿੰਦੇ ਹੇ ਵਾਹਿਗੁਰੂ ਜੀ, ਹੁਣ ਮਿੱਤਰਤਾ ਇਸ ਤਰ੍ਹਾਂ ਦੀ ਪੈ ਗਈ ਹੈ ਕਿ ਤੂੰ ਹੀ ਮੇਰੀ ਇੱਜ਼ਤ ਹੈ, ਤੂੰ ਹੀ ਮੇਰਾ ਆਤਮਿਕ ਗੁਣ ਵਧਾਉਣ ਵਾਲਾ ਗਹਿਣਾ ਹੈ, ਜੇਵਰ ਹੈ, ਤੁਝ ਬਿਨ ਨਿਮਖ ਨਾ ਜਾਈ ਰਹਿਣਾ। ਹੇ ਵਾਹਿਗੁਰੂ ਜੀਓ, ਤੇਰੇ ਤੋਂ ਬਿਨਾ ਇੱਕ ਖਿਨ ਵੀ ਮੈਂ ਜਿਹੜਾ ਇਸ ਸੰਸਾਰ ਵਿੱਚ ਜਿਉ ਨਹੀਂ ਸਕਦਾ। ਭਾਵ ਜਿਨ੍ਹਾਂ ਦੀ ਮਿੱਤਰਤਾ ਜਿੰਨਾ ਪੈ ਜਾਵੇ, ਮਿੱਤਰ ਦਾ ਵਿਛੋੜਾ ਝੱਲਣਾ ਬੜਾ ਔਖਾ ਹੁੰਦਾ ਹੈ। ਤੇ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੀ ਰਹਿਰਾਸ ਸਾਹਿਬ ਬਾਣੀ ਦੇ ਅੰਦਰ ਹੀ ਪੜ੍ਹਦੇ ਆ ਨਾ ਜੀ, ਆਖਾਂ ਜੀਵਾ ਵਿਸਰੈ ਮਰ ਜਾਓ। ਕਿ ਦੁਨੀਆ ਦੇ ਵਿੱਚ 4 ਪਹਿਰ 4 ਜੁਗਾਂ ਸਮਾਨੇ, ਜਿਹੜੇ ਦੁਨੀਆ ਦੇ ਵਿੱਚ 4 ਪਹਿਰ 12 ਘੰਟੇ ਆ ਨਾ ਜੀ, ਉਹ ਵੀ ਗੁਰਦੇਵ ਜੀ ਦੱਸਦੇ ਵਿਛੋੜਾ ਪੈਣ ਕਾਰਨ 4 ਜੁਗਾਂ ਦੇ ਜਿੰਨੇ ਹੋ ਜਾਂਦੇ, ਭਾਵ ਕਿ ਇੰਨਾ ਲੰਬਾ ਵਿਛੋੜਾ ਪ੍ਰਤੀਤ ਹੁੰਦਾ ਹੈ। ਤੇ ਗੁਰਦੇਵ ਜੀ ਅੱਗੇ ਰਹਾਉ ਵਾਲੇ ਬੰਦ ਅੰਦਰ ਸਮਝਾਉਂਦੇ ਨੇ, ਤੂੰ ਮੇਰੇ ਲਾਲਣ, ਤੂੰ ਮੇਰੇ ਪ੍ਰਾਣ। ਹੇ ਵਾਹਿਗੁਰੂ ਜੀ, ਤੂੰ ਹੀ ਮੇਰਾ ਲਾਡਲਾ ਹੈ, ਤੂੰ ਹੀ ਮੇਰਾ ਪ੍ਰਾਣ ਹੈ, ਭਾਵ ਸਵਾਸਾਂ ਦਾ ਉਹ ਸਹਾਰਾ ਦੇਣ ਵਾਲਾ ਮਾਲਕ ਹੈ। ਤੂੰ ਹੀ ਇਸ ਸੰਸਾਰ ਵਿੱਚ ਮੈਨੂੰ ਸਵਾਸ ਬਖਸ਼ਦਾ ਹੈ ਤੇ ਮੇਰੀ ਜ਼ਿੰਦਗੀ ਦੀ ਰੌਂ ਜਿਹੜੀ ਉਹ ਚੱਲਦੀ ਹੈ, ਇਸ ਸੰਸਾਰ ਵਿੱਚ ਮੇਰੀ ਯਾਤਰਾ ਚੱਲਦੀ ਹੈ। ਇਸ ਕਰਕੇ ਇਹ ਦਾਵਾ ਨਹੀਂ ਕਿ ਪੈਸੇ ਦੇ ਨਾਲ ਇਸ ਸੰਸਾਰ ਵਿੱਚ ਸਵਾਸ ਖਰੀਦੇ ਜਾਣ, ਕਿਉਂਕਿ ਕੇਵਲ ਤੇ ਕੇਵਲ ਪਰਮਾਤਮਾ ਹੀ, ਤਾਂ ਹੀ ਪ੍ਰਾਣਨਾਥ ਕਹਿੰਦੇ ਨਾ ਜੀ ਕਿ ਪ੍ਰਾਣਾਂ ਦਾ ਉਹ ਆਸਰਾ ਦੇਣ ਵਾਲੇ, ਪ੍ਰਾਣਾਂ ਦਾ ਮਾਲਕ ਉਹ ਵਾਹਿਗੁਰੂ ਹੈ। ਜਿੰਨੇ ਸਵਾਸ ਸਾਨੂੰ ਦੇਣ ਉਨੇ ਹੀ ਅਸੀਂ ਇਸ ਸੰਸਾਰ ਦੇ ਵਿੱਚ ਭੋਗਦੇ ਹੈ। ਤੇ ਗੁਰਦੇਵ ਜੀ ਸਮਝਾਉਂਦੇ, ਤੂੰ ਮੇਰੇ ਸਾਹਿਬ,
तू मेरे खान। हे वाहिगुरु जी, तू ही मेरा मालिक है, तू ही मेरा साहिब है, ते तू ही उच्चे रुतबे वाला खान है। रहाओ, जो तुम राखो ते वही रहना। इत्थों तक ते परमात्मा की मित्रता की गल की। हुण अगे परमात्मा की समर्था की गल की। मैं बेनती की सी मित्र वो बनाना चाहिए जिहदे नाल मित्रता पाउण दे नाल फिर जीवन के सारे संशय खत्म हो जाण, झोरे खत्म हो जाण, मन दे अंदर कोई तौखला ना रह जावे, जीवन संतोखी हो जावे, ते ये मन दे विच विश्वास बज जावे कि हुण परमात्मा ही मेरा इस संसार दे विच मित्र है। ते ये मन दे विच आ जावे कि मैं सारा कुछ वाहिगुरु जी छड्ड के हुण तुहाडी शरण दे विच पै के तुहाडा ही आराधन करदा है। ते गुरुदेव जी समर्था बारे दसदे हन, ज्यों तुम राखो ते वही रहना। हे वाहिगुरु मित्र जीओ, हे मेरे सज्जन अकाल पुरख वाहिगुरु जी, मैं तुहाडे नाल मित्रता पाई है, ते जिवें तुसीं मैनूं रखोगे, जिवें तुसीं मैनूं इस संसार विच जीवन बख्शोगे, बख्शदे हो, मैं उसे तरह का ही जीवन बतीत करदा है। ये हुंदी है मित्रता। ये नहीं कि जे असी किसी नाल मित्रता पाई, जे उहदे कोलों सुख मिल जाण असी उहदी वाह वाह करिए, ते जे सानू नाराज किते मोड़ दवे असी उहदी निंदिया कर लग पईए। ये मित्रता परमात्मा दी विच जदों मित्रता पै जांदी ना जी, फिर गिले शिकवे खत्म हो जाते हैं। गुरु गोबिंद सिंह जी महाराज जी का इतिहास ही जदों पढ़ते ना जी, कि चमकौर साहब की धरती तो माछीवाड़ा साहब जदों पहुँचते हैं, तो गुरु सवारियो उस वेले तक ना आनंदा की पूरी कोल है, ना वो 4 लखते जिगर के टोटे कोल ने, परिवार भी खेरू हो गया, दुश्मन भी वाहो दाही पिछा करता आ रहा है। उस वेले ना घोड़ा, ना जोड़ा, ना कलगी, ना तोड़ा, कुछ भी उन्हां दे कोल नहीं है। तो फिर उत्थे अलामा नहीं दिता कि महाराज अकाल पुरख जीओ, तुसी बचपन विच मैनू सोने दे कंगण बख्शे, जवानी दे विच गुरता गद्दी बख्शी, ते अज मेरे कोलों सारा कुछ खो लिया। उलामा नहीं दिता, सगों उस वेले भी जिवें पौंटा साहब की धरती दे उपर उस अकाल पुरख की धुन विच तू ही उचारण करते सन ना, शुकराना करते सन। ते अज भी संगत जी माछीवाड़े दे जंगल दे विच भी बैठ के कहते ने, मित्र प्यारे नूं हाल मुरीदां दा कहना। ते फिर आखिरी पंक्ति विच कहा सी, यारड़े दा सानू सत्थर चंगा। उत्थे यार बनाया, ते जिथे यारी लग जावे, मित्रता पै जावे, उत्थे उलामे नहीं दिते जांदे, उत्थे उलामे नहीं, उत्थे शिकवे नहीं दिते जांदे, उत्थे सगों शुकराना किया जाता है। संगत जी ये इस तरह का जीवन होना चाहिए कि जदों गुरु अर्जन देव जी महाराज जी तत्ती तवी दे उपर भी बैठे ने, सीस ते तत्ती रेता भी पै रही है, ते पानी की देग दे विच भी उबालिया जा रहा है, पर उत्थे भी कहा सी, जिहदे बारे उस नक्शे नूं खिचदियां एक कवि ने लिखिया है कि ठंड तत्ती लोह हेठां तत्ती रेत उत्ते जोगी राज समाधियां लाइयां ने, चरबी पिघलदी छाले शरीर होया, ऐ पर मुख ते लालियां छाइयां ने, मत्था साफ अडोल है सुरत उच्ची, नेड़े नहीं दलगीरिया छाइयां ने, और जुल्म आपे ही पिया हैरान होवे, जित्तां सबर ने जबर ते पाइयां ने। उस वेले भी ये नहीं सी कहा कि मैनू इन्ना तंग किया तो इन्हों मैं आ कष्ट देवांगा, कहते तेरा किया मीठा लग गया। ये हुंदी मित्रता कि जे वो भी गुरता गद्दी दे तख्त मिले तां भी शुकराना, जे लोहां तत्तियां मिलियां तां भी शुकराना। ते सिखां नूं भी सानू भी यही उपदेश दिता गुरु साहबान ने। ते इत्थे गुरदेव जी दसदे, ज्यों तुम राखो तिव ही रहना। हे वाहिगुरु जी, जिवें तुसीं सानू रखदे हो तिवें ही तुहाडे हुक्म दे विच असीं जीवन बतीत करदे हां। जो तुम कहो सोई मोहे करना, कहंदे मैं उही काम दुनिया विच करदा जिहदा तुसीं हुक्म लाउंदे हो, जिहदे तो तुसीं वरजदे हो, मैं वो कदी वो काम नहीं करदा, क्योंकि उस वेले जिवें रजा अकाल पुरख दी उहदे अनुसार उहदा प्यारा काम करदा है। ते अगे अगलेरियां पंक्तियां अंदर उस परमात्मा की विशालता बारे दसदे, जह पेखों तहां तुम बसना। हे वाहिगुरु जी,
ਕੇਵਲ ਮੇਰੇ ਸਰੀਰ ਵਿੱਚ ਹੀ ਨਹੀਂ, ਮੈਂ ਤੇ ਜਿੱਧਰ ਵੀ ਦੇਖਦਾ ਏ ਗੁਰੂ ਭਗਤ ਰਵਿਦਾਸ ਸਾਹਿਬ ਜੀਆਂ ਦੇ ਬਚਨ ਨੇ, ਜਤਰ ਜਾਓ ਤਤ ਬੀਠਲ ਪਹਿਲਾ। ਇਸ ਸ਼ਬਦ ਦੇ ਅੰਦਰ ਭਗਤ ਜੀ ਫਿਰ ਅੱਗੇ ਜਾ ਕੇ ਲਿਖਦੇ, ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਕਹਿੰਦੇ ਇਸ ਸੰਸਾਰ ਦੇ ਅੰਦਰ, ਇਸ ਸੰਸਾਰ ਦੇ ਕਣ ਕਣ ਵਿੱਚ ਜਿੱਥੇ ਵੀ ਮੈਂ ਦੇਖਦਾ ਉਹ ਪਰਮਾਤਮਾ ਜੀ ਤੁਸੀਂ ਤੇ ਉਸ ਥਾਂ ਦੇ ਉੱਪਰ ਹੀ ਮੌਜੂਦ ਹੋ। ਜਹ ਜਹ ਪੇਖੂ ਤਹ ਹਜੂਰ, ਕਿ ਜਿੱਥੇ ਵੀ ਮੈਂ ਤੁਹਾਨੂੰ ਦੇਖਦਾ ਹਾਂ ਉੱਥੇ ਹੀ ਵਾਹਿਗੁਰੂ ਜੀਓ ਤੁਸੀਂ ਇਸ ਸੰਸਾਰ ਦੇ ਵਿੱਚ ਕਣ ਕਣ ਦੇ ਵਿੱਚ ਵਸੇ ਹੋਏ ਹੋ। ਨਿਰਭਉ ਨਾਮ ਜਪੋ ਤੇਰਾ ਰਸੜਾ, ਇਸ ਕਣ ਕਣ ਵਸੇ ਵਿੱਚ ਵਸਣ ਵਾਲੇ ਪਰਮਾਤਮਾ ਵਾਹਿਗੁਰੂ ਜੀਓ ਤੁਸੀਂ ਇਸ ਸੰਸਾਰ ਵਿੱਚ ਇੰਨੇ ਪਸਰੇ ਹੋ। ਤੁਹਾਡੇ ਚੋਜਾਂ ਨੂੰ, ਤੁਹਾਡੇ ਗੁਣਾਂ ਨੂੰ ਦੇਖ ਦੇਖ ਕੇ ਮੈਂ ਆਪਣੀ ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ ਤੁਹਾਡਾ ਉਹ ਨਾਮ ਸਿਮਰਦਾ ਹਾਂ ਜਿਹਨੂੰ ਸਿਮਰਨ ਦੇ ਨਾਲ, ਜਿਸ ਨਿਰਭਉ ਨਾਮ ਦੇ ਨਾਲ ਦੁਨੀਆ ਦੇ ਵਿੱਚ ਸਾਰੇ ਡਰ ਜਿਹੜੇ ਨੇ ਦੂਰ ਹੋ ਜਾਂਦੇ ਨੇ। ਕਿਉਂਕਿ ਜਿਹੜਾ ਨਿਰਭਉ ਪਰਮਾਤਮਾ ਨਾਲ ਜੁੜ ਜਾਵੇ ਉਹਨੂੰ ਫਿਰ ਸੰਸਾਰ ਵਿੱਚ ਕੋਈ ਵੀ ਦੁੱਖ, ਕੋਈ ਵੀ ਇਸ ਦੁਨੀਆ ਦਾ ਛਲਾਵਾ ਜਿਹੜਾ ਉਹ ਛਲ ਨਹੀਂ ਸਕਦਾ, ਦੁੱਖ ਉਹਨੂੰ ਪਰੇਸ਼ਾਨ ਨਹੀਂ ਕਰ ਸਕਦਾ। ਤੇ ਗੁਰਦੇਵ ਜੀ ਇਸੇ ਕਰਕੇ ਕਹਿੰਦੇ ਮੈਂ ਉਸ ਪਰਮਾਤਮਾ ਵਾਹਿਗੁਰੂ ਜੀ ਤੁਹਾਡਾ ਨਾਮ ਜਪਦਾ ਹਾਂ ਜਿਸ ਨੂੰ ਜਪਿਆ ਦੁਨੀਆ ਦੇ ਡਰ ਖਤਮ ਹੋ ਜਾਂਦੇ ਹਨ। ਤੂੰ ਮੇਰੀ ਨਵਨਿਧ ਤੂੰ ਭੰਡਾਰ, ਭਾਵ ਕਿ ਦੁਨੀਆ ਦੇ 9 ਖਜ਼ਾਨੇ ਮੰਨੇ ਗਏ ਨਾ ਜੀ। ਤੇ ਵਾਹਿਗੁਰੂ ਦਾ ਪ੍ਰੇਮੀ ਕੀ ਕਹਿੰਦਾ ਏ, ਕਹਿੰਦੇ ਕਿ ਵਾਹਿਗੁਰੂ ਜੀਓ ਮੇਰੇ ਵਾਸਤੇ ਦੁਨੀਆ ਦੇ 9 ਖਜ਼ਾਨੇ ਤੁਸੀਂ ਹੀ ਹੋ। ਤੁਹਾਡਾ ਨਾਮ ਹੀ ਮੇਰੇ ਵਾਸਤੇ ਦੁਨੀਆ ਦੇ 9 ਨਿਧ ਨੇ। ਤੂੰ ਭੰਡਾਰ, ਤੁਸੀਂ ਹੀ ਮੇਰੇ ਵਾਸਤੇ ਸੰਸਾਰ ਤੇ ਨਿਰੰਕਾਰ ਦੀ ਦੁਨੀਆ ਦੇ ਭੰਡਾਰਵਾਨ ਹੋ। ਰੰਗ ਰਸਾ ਤੂੰ ਮਨ ਹੀ ਆਧਾਰ, ਤੇ ਮੈਨੂੰ ਇਹ ਦੁਨੀਆ ਦੇ ਰੰਗ ਤਮਾਸ਼ੇ ਵੀ ਜਿਹੜੇ ਨੇ ਇਹ ਵੀ ਛੋਟੇ ਲੱਗਦੇ ਨੇ, ਕਿਉਂਕਿ ਮੇਰੇ ਵਾਸਤੇ ਜੋ ਦੁਨੀਆ ਦੇ ਵਿੱਚ ਰੰਗ ਤਮਾਸ਼ੇ ਨੇ ਉਹ ਵੀ ਤੁਸੀਂ ਹੀ ਹੋ। ਤੁਸੀਂ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ ਹੋ, ਦੁਨੀਆ ਦੇ ਰਸ ਹੋ, ਮਨ ਹੈ ਆਧਾਰ। ਤੇ ਵੱਡੀ ਗੱਲ ਮੇਰੇ ਮਨ ਨੂੰ ਜੋ ਆਸਰਾ ਹੈ ਨਾ ਉਹ ਵਾਹਿਗੁਰੂ ਜੀ ਆਪ ਜੀ ਦਾ ਹੈ। ਤੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਜਾਵੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਜੀ ਦੇ ਅੰਦਰ ਹੀ ਸਮਝਾਉਂਦੇ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਿਉਂਕਿ ਉਹਦੇ ਵਾਸਤੇ ਦੁਨੀਆ ਦੇ ਰਸ, ਦੁਨੀਆ ਦੇ ਭੰਡਾਰੇ ਪਰਮਾਤਮਾ ਦਾ ਨਾਮ ਹੀ ਹੋ ਜਾਂਦਾ ਏ। ਤੇ ਉਹ ਇਹੀ ਕਹਿੰਦਾ ਏ ਕਿ ਤੁਹਾਡੇ ਤੋਂ ਬਿਨਾ ਇਹ ਦੁਨੀਆ ਦੇ ਰਸ ਜਿਹੜੇ ਨੇ ਉਹ ਫਿੱਕੇ ਲੱਗਦੇ ਹਨ। ਅਗਲੇ ਦੀਆਂ ਪੰਕਤੀਆਂ ਅੰਦਰ ਸਮਝਾਉਂਦੇ ਨੇ, ਤੂੰ ਮੇਰੀ ਸੋਭਾ ਤੁਮ ਸੰਗ ਰਚੀਆ। ਹੇ ਵਾਹਿਗੁਰੂ ਜੀ, ਦੁਨੀਆ ਦੇ ਲੋਕ ਆਪਣੀ ਇੱਜ਼ਤ, ਆਪਣੀ ਸ਼ਾਖ ਬਣਾਉਣ ਵਾਸਤੇ ਦੁਨੀਆ ਦੇ ਪਦਾਰਥਾਂ ਦਾ, ਦੁਨੀਆ ਦੇ ਰਿਸ਼ਤੇਦਾਰਾਂ ਦਾ, ਦੁਨੀਆ ਦੇ ਵਿੱਚ ਸਰੀਰ ਦੀ ਤਾਕਤ ਦਾ ਇਸਤੇਮਾਲ ਕਰਦੇ ਨੇ। ਪਰ ਹੇ ਵਾਹਿਗੁਰੂ ਜੀਓ ਮੇਰੇ ਵਾਸਤੇ ਤੁਹਾਡਾ ਨਾਮ ਹੀ ਜਿਹੜਾ ਇੱਜ਼ਤ ਦਿਵਾਉਣ ਵਾਲਾ ਹੈ। ਤੁਹਾਡੀ ਬਖਸ਼ਿਸ਼ ਹੋਵੇ ਸੰਸਾਰ ਦੇ ਅੰਦਰ ਇੱਜ਼ਤ ਮਿਲਦੀ ਹੈ। ਤੇ ਤੁਹਾਡਾ ਨਾਮ ਆਪ ਜੀ ਹੀ ਮੇਰੇ ਵਾਸਤੇ ਇੱਜ਼ਤੋ ਤੁਮ ਸੰਗ ਰਚੀਆ। ਤੇ ਮੇਰਾ ਮਨ, ਮੇਰੀ ਸੁਰਤ ਹਮੇਸ਼ਾ ਆਪ ਜੀ ਦੇ ਰੰਗ ਦੇ ਵਿੱਚ ਰੰਗੀ ਰਹਿੰਦੀ ਹੈ। ਤੂੰ ਮੇਰੀ ਓਟ ਤੂੰ ਮੇਰਾ ਤਕੀਆ, ਤਕੀਆ ਦਾ ਭਾਵ ਹੈ ਆਸਰਾ। ਕਹਿੰਦੇ ਕਿ ਹੇ ਵਾਹਿਗੁਰੂ ਜੀਓ ਤੂੰ ਹੀ ਮੇਰੀ ਓਟ ਹੈ ਇਸ ਸੰਸਾਰ ਦੇ ਅੰਦਰ, ਤੂੰ ਹੀ ਮੇਰਾ ਤਕੀਆ, ਤੇਰਾ ਹੀ ਸਾਨੂੰ ਸਹਾਰਾ ਹੈ। ਗੁਰਦੇਵ ਜੀ ਇਹਨਾਂ ਪੰਕਤੀਆਂ ਦੇ ਅੰਦਰ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਦੀ ਤੇ ਸਮਰੱਥਾ ਦੀ ਗੱਲ ਕਰਦੇ ਨੇ। ਤੇ ਮੈਂ ਬੇਨਤੀ ਕਰ ਰਿਹਾ ਸੀ ਸੰਗਤ ਜੀ, ਦੁਨੀਆ ਦੇ ਵਿੱਚ ਜੇ ਮਿੱਤਰ ਬਣਾਉਣਾ ਹੈ ਤੇ ਫਿਰ ਪਰਮਾਤਮਾ ਨੂੰ ਬਣਾਈਏ, ਕਿਉਂਕਿ ਪਰਮਾਤਮਾ ਦੇ ਨਾਲ ਹੀ ਜੁੜਿਆ ਹੋਇਆ ਗੁਰੂ ਮਿੱਤਰ ਬਣਦਾ ਹੈ ਤੇ ਗੁਰਮੁਖ ਬਣਦਾ ਹੈ। ਕਿਉਂਕਿ ਜਦੋਂ ਪਰਮਾਤਮਾ ਦੇ ਨਾਮ ਦੀ ਜਗਿਆਸਾ ਹੋਵੇ ਨਾ ਜੀ, ਤੇ ਫਿਰ ਗੁਰੂ ਦੀ ਭਾਲ ਦੇ ਵਿੱਚ ਜੀਵ ਨਿਕਲਦਾ ਹੈ। ਤੇ ਫਿਰ ਜਦੋਂ ਗੁਰੂ ਦੀ ਭਾਲ ਵਿੱਚ ਨਿਕਲਦਾ ਨਾ, ਤੇ ਫਿਰ ਗੁਰੂ ਨੂੰ ਮਿਲਾਉਣ ਵਾਸਤੇ ਸਹਾਇਤਾ ਜੋ ਹੈ ਉਹ ਗੁਰਮੁਖ ਕਰਦਾ ਹੈ। ਮੈਂ ਇਸੇ ਕਰਕੇ ਆਰੰਭ ਵਿੱਚ ਬੇਨਤੀ ਕੀਤੀ ਸੀ, ਇੱਕ ਸੰਸਾਰ ਦੀ ਮਿੱਤਰਤਾ, ਇੱਕ ਕਰਤਾਰ ਦੀ ਮਿੱਤਰਤਾ। ਕਰਤਾਰ ਦੀ ਮਿੱਤਰਤਾ ਵਿੱਚ ਗੁਰਮੁਖ ਦੀ ਗੱਲ ਕੀਤੀ ਆਪਾਂ, ਕਿ ਗੁਰਮੁਖ ਦੇ ਨਾਲ ਜਦੋਂ ਅਸੀਂ ਬੈਠਦੇ ਹਾਂ ਉਹ ਗੁਰੂ ਕੀਆਂ ਵਿਚਾਰਾਂ ਪਰਮਾਤਮਾ ਦੀ ਗੱਲ ਕਰਦਾ ਹੈ। ਤੇ ਜਿਸ ਬਾਬਾ ਭਾਈ ਬਿਧੀ ਚੰਦ ਦੀ ਆਪਾਂ ਗੱਲ ਕੀਤੀ ਨਾ ਜੀ, ਤੇ ਇਹ ਗੁਰੂ ਘਰ ਦੇ ਵਿੱਚ ਵੀ ਤੇ ਦੇਖੋ ਇੱਕ ਗੁਰਮੁਖ ਦੀ ਸੰਗਤ ਦੇ ਰਾਹੀਂ ਆਇਆ ਨਾ ਜੀ, ਬਾਬਾ ਅਦਲੀ ਜੀ ਦੇ, ਬਾਬਾ ਅਦਲੀ ਜੀ ਦੇ ਰਾਹੀਂ ਉਹ ਇਸ ਸੰਗਤ ਦੇ ਵਿੱਚ ਆਉਂਦੇ ਨੇ।
ਤੇ ਸਾਡੇ ਦੂਜੇ ਗੁਰਦੇਵ ਗੁਰੂ ਅੰਗਦ ਸਾਹਿਬ ਜੀ, ਜਿਨ੍ਹਾਂ ਨੇ ਖਡੂਰ ਸਾਹਿਬ ਦੀ ਧਰਤੀ ਤੇ ਭਾਈ ਜੋਧ ਜੀ ਦੇ ਕੋਲੋਂ ਜੋ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਸੁਣੀ ਨੇ। ਬੀਬੀ ਅਮਰੋ ਜੀ ਦੇ ਕੋਲੋਂ ਬਾਬਾ ਅਮਰਦਾਸ ਜੀ, ਕਿੰਨੀਆਂ ਉਦਾਹਰਨਾਂ ਨੇ ਜੀ। ਇਸ ਕਰਕੇ ਮੈਂ ਫੇਰ ਬੇਨਤੀ ਕਰਾਂ ਕਿ ਗੁਰਮੁਖ ਦਾ ਭਾਵ ਉਹ ਨਹੀਂ ਜਿਹੜਾ ਕਹਿਣ ਦੇ ਭਾਂਡੇ ਵਾਂਗ ਬਾਹਰੋਂ ਲਿਬਾਸ ਕਰਕੇ ਲਿਸ਼ਕਵਾਂ ਹੋਵੇ, ਅੰਦਰ ਕਾਲਖ ਵਕਾਰਾਂ ਦੀ ਹੋਵੇ। ਨਹੀਂ, ਗੁਰਮੁਖ ਹੋਵੇ ਭਾਈ ਅਦਲੀਏ ਜੀ ਵਰਗਾ, ਗੁਰਮੁਖ ਹੋਵੇ ਭਾਈ ਮਨਸੁਖ ਜੀ ਵਰਗਾ, ਗੁਰਮੁਖ ਹੋਵੇ ਇਸ ਸੰਸਾਰ ਵਿੱਚ ਭਾਈ ਜੋਧ ਜੀ ਵਰਗੇ। ਤੇ ਗੁਰਦੇਵ ਜੀ ਦੱਸਦੇ ਨੇ ਕਿ ਫਿਰ ਗੁਰਮੁਖ ਦੇ ਨਾਲ ਮਿੱਤਰਤਾ ਜਦੋਂ ਪਾ ਲਈਏ ਤੇ ਅੰਦਰੋਂ ਭੈੜੀ ਮਤ ਦੂਰ ਹੋ ਜਾਂਦੀ। ਤੇ ਆਪਾਂ ਨੂੰ ਇਸੇ ਕਰਕੇ ਗੁਰਦੇਵ ਜੀਆਂ ਨੇ ਕਿਹਾ ਹੈ ਨਾ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਈ। ਉਹ ਗੁਰਮੁਖ ਬਣਾ, ਮਿੱਤਰ ਬਣਾ, ਜਿਨ੍ਹਾਂ ਨੂੰ ਮਿਲਣ ਦੇ ਨਾਲ ਤੇਰੇ ਅੰਦਰੋਂ ਭੈੜੀ ਮਤ ਦੂਰ ਹੋ ਜਾਵੇ। ਤੇ ਗੁਰਦੇਵ ਜੀਆਂ ਨੇ ਇੱਥੋਂ ਤੱਕ ਵੀ ਸਮਝਾਇਆ, ਸਾਨੂੰ ਅਵੇਅਰ ਵੀ ਕੀਤਾ, ਸੁਚੇਤ ਕੀਤਾ ਏ। ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਕਹਿੰਦੇ ਆ ਤੈਨੂੰ ਮਿੱਤਰ ਇਹੋ ਜਿਹਾ ਬਣਾ ਕੇ ਦਈਏ ਕਿ ਇਸ ਸੰਸਾਰ ਦੇ ਅੰਦਰ ਵੀ ਤੇਰੀ ਮਿੱਤਰਤਾ ਨਿਭਾਵੇ ਤੇ ਸੰਸਾਰ ਤੋਂ ਪਰਲੋਕ ਵਿੱਚ ਵੀ ਤੇਰੀ ਮਿੱਤਰਤਾ ਨਿਭਾਵੇ। ਕਿਉਂਕਿ ਗੁਰਦੇਵ ਜੀਆਂ ਦੇ ਬਚਨ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੜੇ। ਕਹਿੰਦੇ ਦੁਨੀਆ ਦੇ ਮਿੱਤਰ ਜਿਉਂਦਿਆਂ ਹੀ ਤੇਰੇ ਨਾਲੋਂ ਵਿਛੜ ਜਾਣਗੇ, ਓਏ ਮੋਇਆ ਨਾ ਜਾਹੀ ਛੋੜ। ਇਸ ਕਰਕੇ ਗੁਰਦੇਵ ਜੀਆਂ ਨੇ ਦੱਸਿਆ ਕਿ ਜਿਹੜੇ ਦੁਨੀਆ ਦੇ ਮਿੱਤਰ ਨਾ ਜੀ, ਤੇ ਗੁਰਦੇਵ ਜੀ ਸਮਝਾਉਂਦੇ, ਜਾਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ, ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਇੱਕ ਕਵੀ ਨੇ ਬੜਾ ਸੁੰਦਰ ਲਿਖਿਆ, ਕਹਿੰਦਾ ਦੁਨੀਆ ਦੇ ਮਿੱਤਰ ਵਿੱਚ ਸੁੱਖਾਂ ਦੇ ਦੁਨੀਆ ਨੇੜੇ ਟੁਕ ਟੁਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਪਰ ਇਹਦੇ ਉਹ ਜਦੋਂ ਆਪਾਂ ਦੂਜੇ ਪਾਸੇ ਗੁਰਮੁਖ ਦੀ, ਗੁਰੂ ਦੀ ਮਿੱਤਰਤਾ ਦੇਖਦੇ ਆ, ਤੇ ਗੁਰੂ ਜਿਹਨੂੰ ਮਿੱਤਰ ਬਣਾ ਲਵੇ ਨਾ ਜੀ, ਦੂਜੇ ਨੰਬਰ ਤੇ ਗੁਰੂ ਦੀ ਮਿੱਤਰਤਾ, ਫਿਰ ਗੁਰੂ ਛੱਡ ਕੇ ਨਹੀਂ ਜੇ ਜਾਂਦਾ। ਗੁਰੂ ਜਿਹਦੇ ਨਾਲ ਵਾਅਦਾ ਕਰ ਲਵੇ ਨਾ ਜੀ, ਫਿਰ ਉਹਦੀਆਂ ਤੋੜ ਨਿਭਾਉਂਦਾ ਹੈ। ਪਹਿਲੇ ਜਾਮੇ ਵਿੱਚ ਬਾਬਾ ਬੁੱਢਨ ਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਮਿਲੇ ਸਨ, ਦੁੱਧ ਦੀ ਪੇਸ਼ਕਸ਼ ਕੀਤੀ ਸੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ, ਭਾਈ ਉਸ ਬੁੱਢਨ ਸ਼ਾਹ ਪੀਰ ਜੀ ਨੂੰ ਸਮਾਂ ਆਉਣ ਤੇ ਤੇਰੇ ਕੋਲੋਂ ਦੁੱਧ ਛਕਾਂਗੇ। ਗੁਰੂ ਨੇ ਮਿੱਤਰਤਾ ਪਾਈ। 6ਵੇਂ ਜਾਮੇ ਵਿੱਚ ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾ ਕੇ ਉਹ ਦੁੱਧ ਪੀਤਾ। ਗੁਰੂ ਸਮਾਂ ਲੱਗ ਸਕਦਾ ਹੈ ਜੀ, ਗੁਰੂ ਦੀ ਮਿੱਤਰਤਾ ਕਦੀ ਛੱਡ ਕੇ ਨਹੀਂ ਜਾਂਦੀ। ਭਾਈ ਮੁਗਲੂ ਨੇ ਇਹ ਗੱਲ ਕਹੀ ਸੀ ਅੰਮ੍ਰਿਤਸਰ ਦੀ ਧਰਤੀ ਤੇ, ਕਹਿੰਦੇ ਜਦੋਂ ਜ਼ਖਮੀ ਹੋਇਆ ਨਾ ਜੰਗ ਵਿੱਚ, ਕਹਿੰਦੇ ਵਾਹਿਗੁਰੂ ਜੀ ਦੀ ਹਾਜ਼ਰ ਨਾਜ਼ਰੀ ਵਿੱਚ, ਉਹ ਸੰਗਤ ਵਿੱਚ, ਉਹ ਮੈਦਾਨੇ ਜੰਗ ਵਿੱਚ ਗੁਰੂ ਜਦੋਂ ਉਹਨਾਂ ਦਾ ਸੀਸ ਗੋਦ ਵਿੱਚ ਲੈ ਕੇ ਬੈਠੇ, ਮੁਗਲੂ ਜੀ ਨੂੰ ਭਾਈ ਜੀ ਨੇ ਕਿਹਾ ਸੀ, ਕਹਿੰਦੇ ਜਦੋਂ ਗੁਰੂ ਜੀ ਨੇ ਕਿਹਾ ਨਾ ਕੁਝ ਮੰਗ, ਉਹ ਕਹਿੰਦਾ ਮਹਾਰਾਜ ਜੇ ਤੇ ਸਵਾਸ ਅੱਜ ਖਤਮ ਹੋ ਰਹੇ ਵਾਹ ਭਲੀ, ਪਰ ਜੇ ਜ਼ਿੰਦਗੀ ਹੋਰ ਹੈ ਤੇ ਮੈਂ ਇੱਕ ਗੱਲ ਤੁਹਾਡੇ ਕੋਲੋਂ ਮੰਗਦਾ ਹੈ ਕਿ ਜਿੱਦਣ ਮੇਰਾ ਆਖਰੀ ਸਵਾਸ ਨਿਕਲੇ, ਐਸੇ ਤਰ੍ਹਾਂ ਹੀ ਤੁਹਾਡੀ ਗੋਦ ਹੋਵੇ, ਤੁਹਾਡੇ ਮੁਖ ਨੂੰ ਮੈਂ ਵੇਖਾਂ ਤੇ ਮੇਰਾ ਸਿਰ ਤੁਹਾਡੀ ਝੋਲੀ ਦੇ ਵਿੱਚ ਹੋਵੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਭਾਈ ਮੁਗਲੂ ਸਮਾਂ ਆਉਣ ਤੇ ਇਸੇ ਤਰ੍ਹਾਂ ਹੀ ਹੋਵੇਗਾ। ਤੇ 9ਵੇਂ ਗੁਰੂ ਤੇਗ ਬਹਾਦਰ ਜੀ, ਭਾਈ ਮੁਗਲੂ ਜੀ ਜਦੋਂ ਗੰਡਵਾ ਪਿੰਡ ਜ਼ਿਲ੍ਹਾ ਮਾਨਸਾ ਦੇ ਵਿੱਚ ਨੇ, ਜਿੱਦਣ ਆਖਰੀ ਸਵਾਸ ਨਿਕਲਨੇ, ਕਹਿ ਦਿੱਤਾ ਅੱਜ ਦਰਵਾਜ਼ਾ ਬਾਹਰ ਦਾ ਖੋਲ੍ਹ ਦਿਓ, ਮੇਰਾ ਪ੍ਰੀਤਮ ਗੁਰੂ ਮੈਨੂੰ ਦਰਸ਼ਨ ਦੇਣ ਵਾਸਤੇ ਆ ਰਿਹਾ। ਉਹਨਾਂ ਕਿਹਾ ਕਿਉਂਕਿ ਅੱਜ ਮੇਰੇ ਆਖਰੀ ਸਵਾਸ ਨੇ, ਉਹਨਾਂ ਕਿਹਾ ਸੀ ਜਿੱਦਣ ਤੇਰੇ ਆਖਰੀ ਸਵਾਸ ਹੋਣਗੇ ਗੁਰੂ ਨਾਨਕ ਤੇਰੇ ਕੋਲ ਆਵੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੂਪ ਵਿੱਚ ਭਾਈ ਮੁਗਲੂ ਨਾਲ ਮਿੱਤਰਤਾ ਨਿਭਾਈ। ਸੋ ਪਰਮਾਤਮਾ ਦੀ ਮਿੱਤਰਤਾ ਦੇ ਬਾਰੇ ਵੀ ਦੱਸਿਆ ਹੈ। ਸੋ ਇਹੋ ਜਿਹੇ ਮਿੱਤਰ, ਪਰਮਾਤਮਾ ਦਾ ਮਿਲਾਪ ਕਿਵੇਂ ਹੁੰਦਾ ਹੈ, ਗੁਰਦੇਵ ਜੀ ਫਿਰ ਆਖਰੀ ਪੰਕਤੀਆਂ ਅੰਦਰ ਸਮਝਾਉਂਦੇ ਨੇ, ਮਨ ਤਨ ਅੰਤਰ ਤੂੰ ਹੀ ਧਿਆਇਆ। ਹੇ ਵਾਹਿਗੁਰੂ ਜੀਓ, ਮੈਂ ਮਨ ਕਰਕੇ, ਮੈਂ ਤਨ ਕਰਕੇ ਵਾਹਿਗੁਰੂ ਜੀ ਤੁਹਾਡਾ ਸਿਮਰਨ ਕਰਦਾ ਹਾਂ। ਮਰਮ ਤੁਮਾਰਾ ਗੁਰ ਤੇ ਪਾਇਆ। ਮਰਮ ਦਾ ਭਾਵ ਹੈ ਭੇਦ। ਕਹਿੰਦੇ ਕਿ ਹੇ ਵਾਹਿਗੁਰੂ ਜੀ, ਮੈਂ ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਗੁਰੂ ਜੀ ਦੇ ਕੋਲੋਂ ਤੁਹਾਡਾ ਭੇਤ, ਤੁਹਾਨੂੰ ਮਿਲਣ ਦਾ ਤਰੀਕਾ, ਕਿਵੇਂ ਤੁਹਾਡਾ ਮਿਲਾਪ ਹੋ ਸਕਦਾ ਏ, ਇਹ ਭੇਦ ਮੈਂ ਗੁਰੂ ਜੀ ਦੀ ਸ਼ਰਨ ਵਿੱਚੋਂ ਰਹਿ ਕੇ ਪਾ ਲਿਆ ਏ। ਸਤ ਗੁਰ ਤੇ ਦ੍ਰਿੜਿਆ ਇੱਕ ਇੱਕ, ਨਾਨਕ ਦਾਸ ਹਰ 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 ਟੇਕੈ।
ਆਖਰੀ ਪੰਕਤੀਆਂ ਦੇ ਅੰਦਰ ਗੁਰਦੇਵ ਜੀ ਸਮਝਾਉਂਦੇ ਨੇ, ਕਹਿੰਦੇ ਜਿਸ ਗੁਰੂ ਤੋਂ ਮੈਂ ਤੁਹਾਡਾ ਭੇਦ ਪਾ ਲਿਆ ਨਾ ਜੀ, ਜਿਸ ਗੁਰੂ ਨੇ ਤੁਹਾਡੇ ਨਾਲ ਮਿਲਾਪ ਕਰਾ ਦਿੱਤਾ, ਉਸ ਗੁਰੂ ਦੀ ਸੰਗਤ ਦੇ ਵਿੱਚ ਸਤਿਗੁਰ ਤੇ ਦ੍ਰਿੜਿਆ ਇੱਕ ਇੱਕ ਹੈ। ਉਸ ਗੁਰੂ ਦੀ ਸ਼ਰਨ ਦੇ ਵਿੱਚੋਂ ਗੁਰਦੇਵ ਜੀ ਕਹਿੰਦੇ ਮੈਂ ਇਹ ਤੱਤ ਦੀ ਗੱਲ ਕਹਿਣਾ, ਜਿਸ ਮਨੁੱਖ ਨੇ ਵੀ ਆਪਣੇ ਅੰਦਰ ਪਰਮਾਤਮਾ ਦਾ ਨਾਮ ਦ੍ਰਿੜ ਕਰ ਲਿਆ, ਆਰਾਧ ਲਿਆ, ਤੇ ਨਾਨਕ ਦਾਸ ਹਰ 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 ਟੇਕੈ, ਕਹਿੰਦੇ ਫਿਰ ਉਸ ਨੂੰ ਦੁਨੀਆ ਦੇ ਮਿੱਤਰਾਂ ਦਾ ਨਹੀਂ, ਕੇਵਲ ਉਹ ਪਰਮਾਤਮਾ ਦੇ ਨਾਮ ਦਾ ਸਹਾਰਾ ਲੈਂਦਾ ਹੈ। ਸੋ ਗੁਰੂ ਸਵਾਰਿਓ, ਆਪਾਂ ਵੀ ਦੁਨਿਆਵੀ ਮਿੱਤਰਤਾ ਰਿਸ਼ਤਿਆਂ ਦੀਆਂ ਜ਼ਿੰਮੇਵਾਰੀਆਂ ਇਹਨਾਂ ਤੋਂ ਭੱਜਣਾ ਨਹੀਂ। ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ ਇਹ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਣਾ ਹੈ, ਪਰ ਭਰੋਸਾ ਜੋ ਨਾ ਉਹ ਵਾਹਿਗੁਰੂ ਦੇ ਉੱਪਰ ਰੱਖਣਾ, ਗੁਰੂ ਦੇ ਉੱਪਰ ਰੱਖਣਾ, ਗੁਰਮੁਖ ਦੇ ਰਾਹੀਂ ਉਹਦੀ ਸਤ ਸੰਗਤ ਗੁਰੂ ਦੀ ਪਰਮਾਤਮਾ ਦੀ ਕਰਨੀ ਹੈ। ਕਿਉਂਕਿ ਜਿਹੜਾ ਗੁਰੂ ਦਾ ਮਿੱਤਰ ਬਣ ਜਾਵੇ ਸੰਸਾਰ ਦੇ ਅੰਦਰ, ਗੁਰੂ ਸਾਹਿਬ ਜੀ ਫਿਰ ਉਹਨੂੰ ਕਿਸੇ ਚੀਜ਼ ਦੀ ਤੋਟ ਨਹੀਂ ਆਉਣ ਦਿੰਦੇ। ਜਦੋਂ ਭੰਗਾਣੀ ਦੇ ਯੁੱਧ ਵਿੱਚ, ਮੈਂ ਆਖਰੀ ਬੇਨਤੀ ਕਰਕੇ ਫਤਿਹ ਬੁਲਾਵਾਂ, ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਨੇ ਜਦੋਂ ਆਪਣੇ ਪੁੱਤਰਾਂ ਨੂੰ, ਮਰੀਦਾਂ ਨੂੰ ਸ਼ਹੀਦ ਕਰਵਾਇਆ, ਗੁਰੂ ਸਾਹਿਬ ਜੀ ਨੇ ਕਿਹਾ ਸੀ, ਕਹਿੰਦੇ ਮੰਗ ਕੀ ਮੰਗਦਾ ਹੈ? ਉਹਨੇ ਇੱਕੋ ਗੱਲ ਕਹੀ ਸੀ, ਆ ਕੇਸ ਕੰਗੇ ਵਿਚਲੇ ਤੇ ਕੰਗਾ ਦੇ ਦਵੋ। ਤੇ ਜਦੋਂ ਆਪਣੀ ਬੇਗਮ ਨਸੀਰਾ ਨੂੰ ਆ ਕੇ ਦਿਖਾਇਆ ਤੇ ਫਿਰ ਕਹਿੰਦੇ ਦੇਖ ਮੈਂ ਅੱਜ ਯਾਰ ਗੁਰੂ ਗੋਬਿੰਦ ਸਿੰਘ ਨੂੰ ਬਣਾਇਆ। ਤੇ ਕਹਿੰਦੇ ਨੇ ਕੀ ਬਣਿਆ? ਕਹਿੰਦੇ ਕਿ ਵੇਖ ਲਓ ਅੱਜ ਗੁਰੂ ਨੇ ਮੈਨੂੰ ਉਹ ਵਡਮੁੱਲੀ ਦਾਤ ਦੇ ਦਿੱਤੀ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਰਹਿਮਤਾਂ ਕਰਨ, ਆਪਾਂ ਪਰਮਾਤਮਾ ਗੁਰੂ ਗੁਰਮੁਖ ਦੀ ਮਿੱਤਰਤਾ ਰਾਹੀਂ ਉਸ ਵਾਹਿਗੁਰੂ ਦਾ ਮਿਲਾਪ ਹਾਸਲ ਕਰੀਏ ਜੀ। ਭੁੱਲ ਚੁੱਕ ਦੀ ਖਿਮਾ ਜੀ, ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਇੱਥੋਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸੇਵਾ ਨਿਭਾ ਰਹੇ ਮੁੱਖ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ, ਸਮੁੱਚੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਆਪ ਸਰਬੱਤ ਸੰਗਤ ਦਾ ਧੰਨਵਾਦ, ਕੋਟਨ ਕੋਟ ਧੰਨਵਾਦ। ਅਕਾਲ ਪੁਰਖ ਵਾਹਿਗੁਰੂ ਜੀ ਦਾ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।